ਵਾਈ ਚੰਡੀਗੜ੍ਹ ਯੂਨੀਵਰਸਿਟੀ ਮਤਲਬ ਉਹ ਇਮੀਗ੍ਰੇਸ਼ਨ ਵੱਲੋਂ ਜੇ ਆਰਾਮ ਨਾਲ ਜਾ ਰਿਹਾ ਉਹਨਾਂ ਨੂੰ ਕੰਫਰਟੇਬਲ ਲੱਗ ਰਿਹਾ ਉੱਥੇ ਜਾਣਾ, ਸੋ ਕਿਉਂ ਉਹਨਾਂ ਨੂੰ ਚੰਡੀਗੜ੍ਹ ਯੂਨੀਵਰਸਿਟੀ ਆ ਕੇ ਜਾਣਾ ਚਾਹੀਦਾ? ਸਭ ਤੋਂ ਪਹਿਲਾਂ ਮੈਂ ਦੱਸਾਂਗੀ ਕਿ ਸਾਡੇ ਕੋਲ 280 ਯੂਨੀਵਰਸਿਟੀਜ਼ ਦੇ ਨਾਲ ਟਾਈ ਅਪ ਹੈਗਾ ਤੇ ਬੱਚਿਆਂ ਕੋਲ ਓਪਰਚ्युनिटीज़ ਹੈਗੀ ਹੈ 280 ਯੂਨੀਵਰਸਿਟੀਜ਼ ਦੇਖਣ ਦੀਆਂ। ਜਿਹੜੇ ਏਜੰਟਸ ਹੈ ਉਹ ਕਰਦੇ ਹੈਗੇ 3 ਜਾਂ 4 ਕੰਟਰੀਜ਼, ਜਿਵੇਂ ਮੇਨਲੀ ਹੋ ਗਈਆਂ US, UK, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ। ਪਰ ਚੰਡੀਗੜ੍ਹ ਯੂਨੀਵਰਸਿਟੀ ਨਾਲ ਬੱਚਿਆਂ ਨੂੰ ਮੌਕਾ ਮਿਲਦਾ ਹੈ ਆਲਮੋਸਟ 60 ਤੋਂ ਜ਼ਿਆਦਾ ਕੰਟਰੀਜ਼ ਨੂੰ ਐਕਸਪਲੋਰ ਕਰਨ ਦਾ। ਚੰਡੀਗੜ੍ਹ ਯੂਨੀਵਰਸਿਟੀ ਤੁਹਾਨੂੰ ਓਪਰਚ्युनिटी ਮਿਲ ਜਾਂਦੀ ਹੈ ਕਿ ਬੱਚਾ ਜਿਹੜਾ +2 ਤੋਂ ਬਾਅਦ ਆਇਆ ਹੈ, ਤੁਸੀਂ 2 ਸਾਲ ਯੂਨੀਵਰਸਿਟੀ ਦਾ ਐਟਮੋਸਫੇਅਰ ਦੇਖ ਲਓ, ਕਿਉਂਕਿ ਤੁਸੀਂ ਇੱਕ ਸਕੂਲ ਵਾਲੇ এনवायरमेंट ਚੋਂ ਨਿਕਲੇ ਹੋ ਤੇ ਉਹ ਪੇਰੈਂਟਸ ਨੂੰ ਵੀ ਥੋੜੀ ਸੈਟੀਸਫੈਕਸ਼ਨ ਹੋ ਜਾਂਦੀ ਹੈ ਕਿ ਚਲੋ ਤੁਸੀਂ ਹੁਣ ਇੰਡੀਅਨ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਹੋ, ਆਪਣਾ 2 ਸਾਲ ਇੱਥੇ ਲਾਓਗੇ ਤੁਸੀਂ। ਉਹ ਤੋਂ ਬਾਅਦ ਬੱਚਾ ਮੈਚਿਓਰ ਹੋ ਜਾਂਦਾ, ਸਮਝ ਜਾਂਦਾ ਕਿ ਕਿਵੇਂ ਯੂਨੀਵਰਸਿਟੀ ਦੇ ਸਿਸਟਮ ਹੈਗੇ ਆ। ਫੋਰ ਐਗਜ਼ਾਮਪਲ ਬੱਚਾ ਫਸਟ ਈਅਰ 'ਚ ਇੱਥੇ ਆ ਰਿਹਾ ਹੈ, ਸੋ ਜਦ 2 ਸਾਲ ਬਾਅਦ ਬਾਹਰ ਜਾਊਗਾ ਸੋ ਉਹ 3 ਸਾਲ ਦੀ ਡਿਗਰੀ ਬਾਹਰ ਦੀ ਮਿਲੂ। ਬਿਲਕੁਲ ਠੀਕ ਸੋਚਿਆ ਹੈ ਤੁਸੀਂ। US ਵਿੱਚ ਸਾਡੀ ਯੂਨੀਵਰਸਿਟੀ ਹੈ ਜਿਹੜੀ ਬੱਚਿਆਂ ਨੂੰ ਐਕਮੋਡੇਸ਼ਨ ਸਕਾਲਰਸ਼ਿਪ ਪੂਰੀ ਦਿੰਦੀ ਹੈ, ਯਾਨੀ ਕਿ ਜਿੰਨਾ ਟਾਈਮ ਬੱਚੇ ਨੇ US 'ਚ ਰਹਿਣਾ ਹੈਗਾ ਉਹਨਾਂ ਟਾਈਮ ਬੱਚੇ ਨੇ ਉਹਨਾਂ ਦੀ ਐਕਮੋਡੇਸ਼ਨ ਫ੍ਰੀ ਹੈਗੀ ਹੈ, ਵਿਦਆਊਟ IELTS, ਵਿਦਆਊਟ GRE, ਵਿਦਆਊਟ GMAT, ਐਕਮੋਡੇਸ਼ਨ ਸਕਾਲਰਸ਼ਿਪ। ਇਹ ਤੋਂ ਇਲਾਵਾ ਅਕੈਡਮਿਕ ਸਕਾਲਰਸ਼ਿਪ ਅਪ ਟੂ 100%। ਦੱਸੋ ਕਿਹੜਾ ਇਮੀਗ੍ਰੇਸ਼ਨ ਏਜੰਟ ਤੁਹਾਨੂੰ ਦੇਗਾ? ਇੰਟਰਨਸ਼ਿਪ ਦਾ ਤੁਹਾਡਾ ਕੋਈ ਕ੍ਰਾਈਟੇਰੀਆ ਹੈ? ਸਾਡੇ ਕੋਲ ਇਹੋ ਜਿਹੇ ਬਹੁਤ ਸਾਰੇ ਪ੍ਰੋਗਰਾਮਸ ਹੈਗੇ ਹੈ। ਰਾਦਰ ਇਸ ਵਾਰੀ ਅਸੀਂ ਯੂਰੋਪੀਅਨ ਪ੍ਰੋਜੈਕਟ ਸਮੈਸਟਰ ਸਟਾਰਟ ਕਰ ਰਹੇ ਹਾਂ। ਯੂਰੋਪੀਅਨ ਪ੍ਰੋਜੈਕਟ ਸਮੈਸਟਰ ਵਿੱਚ ਬੱਚਿਆਂ ਨੂੰ ਓਪਰਚ्युनिटी ਹੈਗੀ ਆ ਔਰ ਲਾਈਕ ਸਾਰੀਆਂ ਫੀਲਡ ਦੇ ਬੱਚੇ ਹੈਗੇ ਹੈ ਨਾ, ਜਿਵੇਂ ਅਸੀਂ ਹਸਪੀਟੈਲਿਟੀ ਤੋਂ ਸ਼ੁਰੂ ਕਰੀਏ, ਬਲਗੈਰੀ ਹੋ ਗਿਆ ਜਾਂ ਤੁਹਾਡਾ ਸੇਂਟ ਰੇਗਿਸ ਹੋ ਗਿਆ, ਰਿਟਸ ਕਾਰਲਟਨ ਹੋ ਗਿਆ, ਇਹੋ ਜਿਹੀਆਂ ਪ੍ਰੋਪਰਟੀਜ਼ ਹੈਗੀਆਂ ਜਿੱਥੇ ਬੱਚਿਆਂ ਨੂੰ ਇੰਟਰਨਸ਼ਿਪ ਕਰਨ ਦਾ ਓਪਰਚ्युनिटी ਮਿਲਦਾ ਹੈ। ਰਾਦਰ ਇਹ ਇੰਟਰਨਸ਼ਿਪਸ ਬੱਚਿਆਂ ਨੂੰ ਜਿਹੜੇ ਹੈਗੇ ਹੈ ਸਟਾਈਪੈਂਡ ਮਿਲਦਾ ਹੈ, ਐਕਮੋਡੇਸ਼ਨ ਹੁੰਦੀ ਹੈ ਤੇ ਮੀਲਸ ਪ੍ਰੋਵਾਈਡ ਕਰਦਾ ਹੈ ਜਿੱਥੇ ਵੀ ਬੱਚੇ ਆਪਣੀ ਇੰਟਰਨਸ਼ਿਪ ਕਰਨ ਜਾਂਦੇ ਆ। ਜਿਹੜੇ ਬੱਚੇ +2 ਤੋਂ ਬਾਅਦ ਏਜੰਟਸ ਦੇ ਥਰੂ ਜਾਂਦੇ ਹੈ ਉਹ ਨਾਰਮਲੀ ਐਡਵਾਂਸ ਡਿਪਲੋਮਾ ਵਾਸਤੇ ਜਾਂਦੇ ਆ। ਮੈਕਸਿਮਮ ਐਡਵਾਂਸ ਡਿਪਲੋਮਾ ਕਿ 2 ਸਾਲ ਦਾ ਡਿਪਲੋਮਾ ਕਰਨਾ ਹੈ ਤੇ 3 ਸਾਲ ਦਾ ਵਰਕ ਪਰਮਿਟ ਮਿਲੇਗਾ, ਠੀਕ ਹੈ। ਸਾਡੇ ਬੱਚੇ ਵੀ 2 ਸਾਲ ਵਾਸਤੇ ਪੜ੍ਹਨ ਜਾਂਦੇ ਆ, ਉਹਨਾਂ ਨੂੰ ਵੀ 3 ਸਾਲ ਦਾ ਹੀ ਵਰਕ ਪਰਮਿਟ ਮਿਲਣਾ ਹੈ। ਜਿਹੜੇ ਕਿਸੇ ਵੀ ਇੰਟਰਨੈਸ਼ਨਲ ਸਟੂਡੈਂਟ ਦੇ ਵਰਕ ਰਾਈਟਸ ਜਾਂ ਪੋਸਟ ਸਟੱਡੀ ਵਰਕ ਰਾਈਟਸ ਜਾਂ ਪਰਮਾਨੈਂਟ ਰੈਜ਼ੀਡੈਂਸੀ ਰਾਈਟਸ ਹੈ ਉਹ ਸਾਰੇ CU ਦੇ ਬੱਚਿਆਂ ਨੂੰ ਵੀ ਮਿਲਦੇ ਆ। ਜੇ ਇੱਥੋਂ ਜਾ ਕੇ ਬੱਚਾ ਉੱਥੇ ਕੋਈ ਦਿੱਕਤ ਆ ਰਹੀ ਆ ਕਾਲਜ ਦੇ ਵਿੱਚ ਜਾਂ ਫਿਰ ਰਹਿਣ ਦੇ ਵਿੱਚ, ਸੋ ਉਹ ਕੀ ਤੁਸੀਂ ਇੱਥੋਂ ਸੌਰਟ ਕਰ ਸਕਦੇ ਹੋ ਪ੍ਰੋਬਲਮ? ਪ੍ਰੀ ਡਿਪਾਰਚਰ ਬੱਚਿਆਂ ਦੀ ਪ੍ਰੈਜੈਂਟੇਸ਼ਨ ਕਾਉਂਸਲਿੰਗ ਹੁੰਦੀ ਹੈ, ਪੈਰੈਂਟਸ ਆਉਂਦੇ ਹੈ। ਰਾਦਰ ਉਹਨਾਂ ਨੂੰ ਰੈਪਰੈਜ਼ੈਂਟੇਟਿਵਸ ਨਾਲ ਵੀ ਅਸੀਂ ਮਿਲਵਾਉਂਦੇ ਹਾਂ ਜਿਹੜੇ ਉਹਨਾਂ ਦੇ 에ਅਰਪੋਰਟ ਸ਼ਟਲ ਅਰੇਂਜ ਕਰਦੇ, ਉਹਨਾਂ ਦੀ ਅਕਮੋਡੇਸ਼ਨਸ ਅਰੇਂਜ ਕਰਦੇ, ਬੱਚਿਆਂ ਦਾ ਪਿਕਅਪ ਹੁੰਦਾ ਹੈ, ਸਿਟੀ ਟੂਰ, ਓਰੀਐਂਟੇਸ਼ਨ, ਬੈਂਕ, ਸਿਮ ਕਾਰਡਸ, ਇਨੀਸ਼ੀਅਲ ਜਿੰਨੀਆਂ ਵੀ ਸਰਵਿਸਿਜ਼ ਆ ਉਹ ਸਾਰੇ ਬੱਚਿਆਂ ਨੂੰ ਪ੍ਰੋਵਾਈਡ ਕੀਤੀ ਜਾਂਦੀਆਂ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਤੁਹਾਡੇ ਨਾਲ ਸੋਨਾਲੀ। ਪੰਜਾਬੀਆਂ ਲਈ ਪੰਜਾਬ ਦੀ ਗੱਲ ਕਰਾਂਗੀ। ਬਾਹਰ ਜਾਣਾ ਕਿੰਨਾ ਕਿ ਇੰਪੋਰਟੈਂਟ ਆ, ਤੁਸੀਂ ਸਾਰੇ ਇਸ ਗੱਲ ਤੋਂ ਰੂਬਰੂ ਹੈਗੇ ਹੋ। ਮੈਨੂੰ ਵੀ ਪਤਾ ਹੈ ਕਿ ਬਾਹਰ ਜਾਣਾ ਇਜ਼ ਲਾਈਕ ਜਦ ਕੋਈ ਆਪਸ਼ਨ ਨਹੀਂ ਬਚਦਾ ਤਾਂ ਬਾਹਰ ਜਾਣਾ ਜਾਂ ਫਿਰ ਪਹਿਲਾ ਆਪਸ਼ਨ ਬਾਹਰ ਜਾਣਾ। ਸੋ ਵੈਲ ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਪਤਾ ਹੋਵੇਗਾ ਕਿ ਇਮੀਗ੍ਰੇਸ਼ਨ ਜਾਂ ਕੰਸਲਟੈਂਟ ਦੇ ਥਰੂ ਆਪਾਂ ਜਾ ਸਕਦੇ ਆ, ਬਟ ਉਸ ਤੋਂ ਇਲਾਵਾ ਵੀ ਇੱਕ ਬੈਸਟ ਆਪਸ਼ਨ ਆ ਜੋ ਕਿ ਸਾਨੂੰ ਬੈਸਟ ਲੀਡ ਕਰਨਗੇ। ਮੇਰੇ ਖਿਆਲ ਨਾਲ ਇਮੀਗ੍ਰੇਸ਼ਨਸ ਤੇ ਕੰਸਲਟੈਂਟਸ ਕੋਲ ਵੀ ਇੰਨੇ ਆਪਸ਼ਨਸ ਆਈ ਕੈਨ ਸੇ ਐਨੀ ਕੰਟਰੀਜ਼ ਨਹੀਂ ਹੋਣਗੀਆਂ ਜਿੰਨੀ ਇਸ ਯੂਨੀਵਰਸਿਟੀ ਕੋਲ ਆ। I'm talking about well renowned ਚੰਡੀਗੜ੍ਹ ਯੂਨੀਵਰਸਿਟੀ, ਜਿੱਥੇ ਬਿਲਕੁਲ ਮੈਂ ਸੁਣ ਕੇ ਮੈਨੂੰ ਵੀ ਲੱਗਿਆ ਸੀ ਕਿ ਅੱਛਾ ਆਪਾਂ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਸਟੱਡੀ ਕਰਕੇ ਇੱਥੇ ਆ ਕੇ ਬਾਹਰ ਜਾ ਸਕਦੇ ਆ। ਜੀ ਬਿਲਕੁਲ, ਸਵਾਲ ਹਾਂ ਵਿੱਚ ਹੈ ਕਿ ਅਸੀਂ ਬਾਹਰ ਜਾ ਸਕਦੇ ਆ। ਵੈਲ ਇਹਦੇ ਰਿਗਾਰਡਿੰਗ ਮੇਰੇ ਜ਼ਿਹਨ ਵਿੱਚ ਕਾਫੀ ਸਵਾਲ ਨੇ, ਸੋ ਅਸੀਂ ਇੱਥੇ ਬੈਠੇ ਹੋਏ ਆ, ਸੋ ਆਈ ਥੋਟ ਕਿ ਇਹਨਾਂ ਤੋਂ ਪੁੱਛਿਆ ਜਾਵੇ ਤੇ ਮੇਰੇ ਜਿਹੜੇ ਸਵਾਲ ਆ ਉਹਨਾਂ ਦੇ ਨਾਲ ਨਾਲ ਤੁਹਾਡੇ ਵੀ ਸਵਾਲ ਹੋਣਗੇ ਤਾਂ ਸਾਰੇ ਜਿਹੜੇ ਜਵਾਬ ਆ ਇਹ ਹੀ ਸਾਨੂੰ ਦੇਣਗੇ ਕਿ ਕੀ ਪੂਰਾ ਮਾਮਲਾ ਹੈਗਾ। ਸਤਿ ਸ਼੍ਰੀ ਅਕਾਲ, ਸਭ ਤੋਂ ਪਹਿਲਾਂ ਤੁਹਾਡਾ ਨਾਮ ਜਾਣਨਾ ਚਾਹੂੰਗੀ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਹੈ ਮੀਨੂ ਤੇ ਮੈਂ ਇੱਥੇ ਇੰਟਰਨੈਸ਼ਨਲ ਰਿਲੇਸ਼ਨਸ ਡਿਪਾਰਟਮੈਂਟ ਦੇਖਦੀ ਹਾਂ ਤੇ ਮੇਰਾ ਮੇਨ ਜਿਹੜਾ ਮਕਸਦ ਹੈਗਾ ਉਹ ਹੈ ਸਟੂਡੈਂਟ ਮੋਬਿਲਿਟੀ। ਸੋ ਇੰਟਰੋਡਕਸ਼ਨ ਦੇ ਵਿੱਚ ਮੈਂ ਕਿਹਾ ਕਿ ਸਪੈਸ਼ਲੀ ਪੰਜਾਬੀਆਂ ਨੂੰ ਇੱਦਾਂ ਲੱਗਦਾ ਕਿ ਸਿਰਫ ਇਮੀਗ੍ਰੇਸ਼ਨ ਵੱਲੋਂ ਹੀ ਅਸੀਂ ਬਾਹਰ ਜਾ ਸਕਦੇ ਹਾਂ, ਬਟ ਇਹ ਕੁਛ ਆਈ ਗੈਸ ਬਹੁਤ ਸਾਰੇ ਲੋਕਾਂ ਨੂੰ ਨਵੀਂ ਗੱਲ ਪਤਾ ਲੱਗੀ ਹੋਣੀ ਕਿ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਵਿਜ਼ਿਟ ਕਰਕੇ ਇੱਥੇ ਸ਼ਾਇਦ ਪੜ੍ਹਾਈ ਕਰਕੇ ਵੀ ਆਪਾਂ ਜਾ ਸਕਦੇ ਆ। ਸੋ ਸਭ ਤੋਂ ਪਹਿਲਾਂ ਤਾਂ ਮੈਂ ਜਾਣਨਾ ਚਾਹਾਂਗੀ ਕਿ ਜਦ ਪੰਜਾਬ ਦੇ ਵਿੱਚ, ਕਿਉਂਕਿ ਇੰਨੇ ਸਾਲਾਂ ਤੋਂ ਲੋਕੀ ਇਮੀਗ੍ਰੇਸ਼ਨ ਵੱਲੋਂ ਹੀ ਬਾਹਰ ਜਾ ਰਹੇ ਆ, ਤੇ ਵਾਈ ਚੰਡੀਗੜ੍ਹ ਯੂਨੀਵਰਸਿਟੀ ਮਤਲਬ ਉਹ ਇਮੀਗ੍ਰੇਸ਼ਨ ਵੱਲੋਂ ਜੇ ਆਰਾਮ ਨਾਲ ਜਾ ਰਿਹਾ ਉਹਨਾਂ ਨੂੰ ਕੰਫਰਟੇਬਲ ਲੱਗ ਰਿਹਾ ਉੱਥੇ ਜਾਣਾ, ਸੋ ਕਿਉਂ ਉਹਨਾਂ ਨੂੰ ਚੰਡੀਗੜ੍ਹ ਯੂਨੀਵਰਸਿਟੀ ਆ ਕੇ ਜਾਣਾ ਚਾਹੀਦਾ? ਤੁਸੀਂ ਬਹੁਤ ਵਧੀਆ ਕੁਐਸਚਨ ਪੁੱਛਿਆ ਕਿ ਕਿਉਂ ਇਮੀਗ੍ਰੇਸ਼ਨ ਕੰਪਨੀ ਨਹੀਂ ਜਾਣਾ ਤੇ ਚੰਡੀਗੜ੍ਹ ਯੂਨੀਵਰਸਿਟੀ, ਤੇ ਇਹੋ ਜਿਹੀਆਂ ਕਿਹੜੀਆਂ ਓਪਰਚ्युनिटीज़ ਹੈ ਜਿਹੜੀਆਂ ਵੱਖਰੀਆਂ ਇਮੀਗ੍ਰੇਸ਼ਨ ਏਜੰਟ ਕੋਲੋਂ। ਸਭ ਤੋਂ ਪਹਿਲਾਂ ਮੈਂ ਦੱਸਾਂਗੀ ਕਿ ਸਾਡੇ ਕੋਲ 280 ਯੂਨੀਵਰਸਿਟੀਜ਼ ਦੇ ਨਾਲ ਟਾਈ ਅਪ ਹੈਗਾ ਤੇ ਬੱਚਿਆਂ ਕੋਲ ਓਪਰਚ्युनिटीज़ ਹੈਗੀ ਹੈ 280 ਯੂਨੀਵਰਸਿਟੀਜ਼ ਦੇਖਣ ਦੀਆਂ। ਫਿਰ ਗੱਲ ਆਉਂਦੀ ਹੈ ਕਿ ਜਿਹੜੇ ਏਜੰਟਸ ਹੈਗੇ ਉਹਨਾਂ ਕੋਲ ਵੀ 400-500 ਯੂਨੀਵਰਸਿਟੀਜ਼ ਆਮ ਹੁੰਦੀਆਂ, ਠੀਕ ਹੈ। ਬਟ ਜਿਹੜੇ ਏਜੰਟਸ ਹੈ ਉਹ ਕਰਦੇ ਹੈਗੇ 3 ਜਾਂ 4 ਕੰਟਰੀਜ਼, ਜਿਵੇਂ ਮੇਨਲੀ ਹੋ ਗਈਆਂ US, UK, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ। ਪਰ ਚੰਡੀਗੜ੍ਹ ਯੂਨੀਵਰਸਿਟੀ ਨਾਲ ਬੱਚਿਆਂ ਨੂੰ ਮੌਕਾ ਮਿਲਦਾ ਹੈ
ਆਲਮੋਸਟ 60 ਤੋਂ ਜ਼ਿਆਦਾ ਕੰਟਰੀਜ਼ ਨੂੰ ਐਕਸਪਲੋਰ ਕਰਨ ਦਾ। ਜੇ ਮੈਂ ਹੁਣ ਤੱਕ ਦੀ ਗੱਲ ਕਰਾਂ, ਸਾਡੇ ਬੱਚੇ 40 ਕੰਟਰੀ ਵਿਜ਼ਿਟ ਕਰ ਚੁੱਕੇ ਹੈਗੇ ਆ, ਠੀਕ ਹੈ। 40 ਕੰਟਰੀ 'ਚ ਅਸੀਂ ਬੱਚਿਆਂ ਨੂੰ ਭੇਜਿਆ, ਤੇ ਇੰਨੀ ਜਿਹੜੀ ਸਪੈਸ਼ਲਿਟੀ ਹੈ ਜਾਂ ਤੁਸੀਂ ਕਹੋ ਸਪੈਸ਼ਲਾਈਜੇਸ਼ਨ, ਉਹ ਏਜੰਟਸ ਕੋਲ ਨਹੀਂ ਮਿਲਦੀ ਹੈਗੀ ਆ, ਹੈ ਨਾ, ਕਿਉਂਕਿ ਹਰ ਏਜੰਟ ਆਪਣੀ ਫੀਲਡ ਨੂੰ ਜਾਂ ਆਪਣੀ ਕੰਟਰੀ ਨੂੰ ਲੈ ਕੇ ਸਪੈਸੀਫਿਕ ਹੁੰਦਾ। ਤੇ ਇਹ ਸਾਰਾ ਕੁਝ ਤੁਹਾਨੂੰ ਅੰਡਰ ਵਨ ਰੂਫ ਚੰਡੀਗੜ੍ਹ ਯੂਨੀਵਰਸਿਟੀ ਮਿਲਦਾ ਹੈ। ਫਿਰ ਦੂਜੀ ਗੱਲ ਹੈ, ਜਿਹੜੇ ਏਜੰਟਸ ਹੈ ਉਹ ਤੁਹਾਨੂੰ ਪ੍ਰੋਵਾਈਡ ਕਰਦੇ ਆ ਐਡਵਾਂਸ ਡਿਪਲੋਮਾ ਪ੍ਰੋਗਰਾਮਸ ਜਾਂ ਮਾਸਟਰਸ ਡਿਗਰੀ, ਰਾਈਟ। ਕਾਫੀ ਏਜੰਟਸ ਉਹ ਬੈਚਲਰਸ ਵਿੱਚ ਹੱਥ ਹੀ ਨਹੀਂ ਪਾਉਂਦੇ, ਨਾ ਅਸੀਂ ਪਾਵਾਂਗੇ ਜੇ ਕੱਲ੍ਹ ਨੂੰ ਅਸੀਂ ਵੀ ਆਪਣੇ ਕਿਸੇ ਬੱਚੇ ਨੂੰ ਭੇਜਣਾ, ਤੇ 4 ਸਾਲ ਦੀ ਡਿਗਰੀ ਬਾਹਰੋਂ ਕੌਣ ਅਫੋਰਡ ਕਰਦਾ ਹੈ। ਜਨਰਲੀ ਪੇਰੈਂਟਸ, ਸਾਡੀ ਵਾਰੀ ਵੀ ਇਹੀ ਹੋਇਆ ਸੀਗਾ, ਪੇਰੈਂਟਸ ਨੇ ਕਿਹਾ ਸੀਗਾ ਤੁਸੀਂ ਆਪਣੀ ਡਿਗਰੀ ਇੱਥੇ ਕਰ ਲਓ, ਮਾਸਟਰਸ ਵਾਸਤੇ ਚੱਲ ਜਿਓ, ਹੈ ਨਾ, ਕਿਉਂਕਿ ਨਹੀਂ ਕਰ ਸਕਦੇ। ਇੱਕ ਤਾਂ ਬੱਚਾ ਬਹੁਤ ਛੋਟਾ ਹੁੰਦਾ, ਕਹਿੰਦੇ ਈਅਰ 12 ਤੋਂ ਬਾਅਦ ਕਿਹੜੇ ਬੱਚੇ ਦੀ ਉਮਰ ਹੈ ਹਜੇ ਬਾਹਰ ਭੇਜੀਏ ਅਸੀਂ, ਬੱਚਾ ਬਹੁਤ ਛੋਟਾ ਹੈਗਾ। ਤੇ ਇਹ ਚੰਡੀਗੜ੍ਹ ਯੂਨੀਵਰਸਿਟੀ ਤੁਹਾਨੂੰ ਓਪਰਚੁਨਿਟੀ ਮਿਲ ਜਾਂਦੀ ਹੈ ਕਿ ਬੱਚਾ ਜਿਹੜਾ +2 ਤੋਂ ਬਾਅਦ ਆਇਆ ਹੈ, ਤੁਸੀਂ 2 ਸਾਲ ਯੂਨੀਵਰਸਿਟੀ ਦਾ ਐਟਮੋਸਫੇਅਰ ਦੇਖ ਲਓ, ਕਿਉਂਕਿ ਤੁਸੀਂ ਇੱਕ ਸਕੂਲ ਵਾਲੇ এনवायरमेंट ਚੋਂ ਨਿਕਲੇ ਹੋ, ਤੇ ਉਹ ਪੇਰੈਂਟਸ ਨੂੰ ਵੀ ਥੋੜੀ ਸੈਟੀਸਫੈਕਸ਼ਨ ਹੋ ਜਾਂਦੀ ਹੈ ਕਿ ਚਲੋ ਤੁਸੀਂ ਹੁਣ ਇੰਡੀਅਨ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਹੋ, ਆਪਣਾ 2 ਸਾਲ ਇੱਥੇ ਲਾਓਗੇ ਤੁਸੀਂ। ਉਹ ਤੋਂ ਬਾਅਦ ਬੱਚਾ ਮੈਚਿਓਰ ਹੋ ਜਾਂਦਾ, ਸਮਝ ਜਾਂਦਾ ਕਿ ਕਿਵੇਂ ਯੂਨੀਵਰਸਿਟੀ ਦੇ ਸਿਸਟਮ ਹੈਗੇ ਆ। ਨਾਲੇ ਜਿਹੜਾ ਚੰਡੀਗੜ੍ਹ ਯੂਨੀਵਰਸਿਟੀ ਦਾ ਇਨਫਰਾਸਟ੍ਰਕਚਰ, ਟੀਚਿੰਗ ਲਰਨਿੰਗ ਮੈਥਡਸ ਹੈ, ਉਹ ਐਟ ਪਾਰ ਇੰਟਰਨੈਸ਼ਨਲ ਸਟੈਂਡਰਡਸ ਹੈ, ਠੀਕ ਹੈ। ਇੰਟਰਨੈਸ਼ਨਲ ਸਟੈਂਡਰਡਸ ਦੇ ਐਟ ਪਾਰ ਹੋਣ ਕਰਕੇ ਸਾਨੂੰ ਬਹੁਤ ਜ਼ਿਆਦਾ ਆਰਟੀਕੂਲੇਸ਼ਨਸ ਜਾਂ ਕ੍ਰੈਡਿਟ ਟ੍ਰਾਂਸਫਰਸ ਦੇ ਬੈਨੀਫਿਟਸ ਮਿਲੇ ਹੈ। ਮਤਲਬ ਇੰਟਰਨੈਸ਼ਨਲ ਯੂਨੀਵਰਸਿਟੀਜ਼ ਨੇ ਸਾਡੇ ਜਿਹੜੇ ਸਿਸਟਮਸ ਹੈ, ਸਾਡੇ ਐਜੂਕੇਸ਼ਨ ਸਿਸਟਮ ਨੂੰ ਅਪਰੂਵ ਕੀਤਾ ਹੈ, ਐਪਰੀਸ਼ੀਏਟ ਕੀਤਾ ਹੈ ਕਿ ਹਾਂ ਇਹ ਬਿਲਕੁਲ ਜਿਹੜੇ ਤੁਹਾਡਾ ਸਟੱਡੀ ਸਿਸਟਮ ਹੈ ਬਿਲਕੁਲ ਸਹੀ ਹੈ ਕਿ ਬੱਚਾ ਸਾਲ ਜਾਂ 2 ਸਾਲ ਇੱਥੇ ਲਾ ਲੈਂਦਾ, ਤੇ ਉਸ ਤੋਂ ਬਾਅਦ 2 ਸਾਲ ਆਪਣਾ ਫੋਰਨ ਕੰਟਰੀ ਵਿੱਚ ਬੱਚਾ ਪੜ੍ਹ ਸਕਦਾ ਹੈ, ਠੀਕ ਹੈ। ਤੇ ਉਹਦੇ 'ਚ ਫਿਰ ਬੱਚੇ ਨੂੰ ਫਾਇਦੇ ਮਿਲ ਜਾਂਦੇ। 2 ਸਾਲ ਉਹਨਾਂ ਨੇ ਇੱਕ ਤਾਂ ਇੰਡੀਅਨ ਸਿਸਟਮ ਸਮਝ ਲਿਆ, ਯੂਨੀਵਰਸਿਟੀ ਸਿਸਟਮ ਸਮਝ ਲਿਆ, ਉਹਨਾਂ ਦੀ ਜਿਹੜੀ ਆਪਣੀ ਫੀਸ ਹੈ ਜਿਹੜੀ ਉਹਨਾਂ ਨੇ ਬਾਹਰ ਪੇ ਕਰਨੀ ਸੀਗੀ, ਉਹ ਉਹਨਾਂ ਦੀ ਕਾਫੀ ਰਿਡਿਊਸ ਹੋ ਜਾਂਦੀ ਹੈ, ਕਿਉਂਕਿ ਉਹਨਾਂ ਨੇ ਸਾਲ 2 ਸਾਲ ਆਪਣਾ CU ਲਾਇਆ ਹੈਗਾ, ਤੇ ਉਹਨਾਂ ਨੇ ਇੰਡੀਅਨ ਫੀ ਪੇ ਕਰਨੀ ਹੈ, ਬਾਹਰ ਦੀ ਫੀ ਨਹੀਂ ਪੇ ਕਰਦੇ ਉਹ, ਠੀਕ ਹੈ। ਬਟ ਜਦੋਂ ਬਾਹਰ ਜਾਣਗੇ ਤਦ ਉਹਨਾਂ ਨੇ ਬਾਹਰ ਦੀ ਫੀ ਪੇ ਕਰਨੀ ਹੈ, ਪਰ ਜਿਹੜੀ ਉਹਨਾਂ ਨੂੰ ਡਿਗਰੀ ਹੈ ਉਹ ਪੂਰੀ 4 ਸਾਲ ਦੀ ਜਾਂ 3 ਸਾਲ ਦੀ ਡਿਗਰੀ ਉਹਨਾਂ ਨੂੰ ਬਾਹਰੋਂ ਮਿਲਣੀ ਹੈਗੀ ਹੈ, ਤੇ ਬੱਚੇ ਨੂੰ ਬਹੁਤ ਵੱਡਾ ਜਿਹੜਾ ਹੈਗਾ ਫਾਈਨੈਂਸ਼ੀਅਲ ਸਪੋਰਟ ਮਿਲਦੀ ਹੈਗੀ ਹੈ, ਠੀਕ ਹੈ। ਸੌਰੀ ਤੁਹਾਨੂੰ ਇੰਟਰਰਪਟ ਕਰਨਾ ਚਾਹਾਂਗੀ, ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ ਫੋਰ ਐਗਜ਼ਾਮਪਲ ਬੱਚਾ ਫਸਟ ਈਅਰ 'ਚ ਇੱਥੇ ਆ ਰਿਹਾ ਹੈ, ਸੋ ਜਦ 2 ਸਾਲ ਬਾਅਦ ਬਾਹਰ ਜਾਊਗਾ, ਸੋ ਉਹ 3 ਸਾਲ ਦੀ ਡਿਗਰੀ ਬਾਹਰ ਦੀ ਮਿਲੂਗੀ। ਬਿਲਕੁਲ ਠੀਕ ਸੋਚਿਆ ਹੈ ਤੁਸੀਂ। ਜਿਵੇਂ ਹੁਣ ਸਾਡੇ ਕੋਲ ਕਾਫੀ ਕੋਰਸਿਸ ਹੈਗੇ ਆ, BBA, BCom, BCA, ਇੰਜੀਨੀਅਰਿੰਗ ਦੀ ਬਹੁਤ ਸਾਰੀਆਂ ਫੀਲਡਸ ਹੈਗੀਆਂ, ਬੈਚਲਰਸ ਇੰਜੀਨੀਅਰਿੰਗ, ਬਾਇਓਕੈਮਿਸਟਰੀ ਹੈਗੀ ਹੈ ਸਾਡੇ ਕੋਲ, ਬਾਇਓਟੈਕਨੋਲੋਜੀ ਹੈਗੀ ਹੈ, ਠੀਕ ਹੈ। ਇਹ ਤੋਂ ਇਲਾਵਾ ਮਾਸਟਰਸ ਇੰਜੀਨੀਅਰਿੰਗ, MBA, ਯਾਨੀ ਕਿ ਇਹਨਾਂ ਸਾਰਿਆਂ ਕੋਰਸਿਸ ਵਿੱਚ ਸਾਡੇ ਕੋਲ ਆਰਟੀਕੂਲੇਸ਼ਨ ਹੈਗੀ ਹੈ। ਤੇ ਕੰਟਰੀਜ਼ ਦੇ ਉੱਤੇ ਵੇਰੀ ਕਰਦਾ, ਜਿਵੇਂ ਹੁਣ ਆਸਟ੍ਰੇਲੀਆ ਬੱਚੇ ਦੀ ਜਿਹੜੀ ਡਿਗਰੀ ਹੈ ਉਹ 3 ਸਾਲ ਦੀ ਡਿਗਰੀ ਹੈਗੀ ਹੈ, ਤੇ ਬੱਚਾ 1 ਸਾਲ ਸਾਡੇ ਕੋਲ ਕਰੇਗਾ, 2 ਸਾਲ ਬੱਚੇ ਨੇ ਆਸਟ੍ਰੇਲੀਆ ਕਰਨੀ ਹੈ, ਤੇ ਯਾਨੀ ਕਿ 1 ਸਾਲ ਦੀ ਫੀਸ ਉਹਨੇ ਇੰਡੀਅਨ ਕਰੰਸੀ 'ਚ ਪੇ ਕਰਨੀ ਹੈ। CU ਦੀ ਨੋਰਮਲ ਜਿਹੜਾ ਬੱਚਾ ਡੋਮੈਸਟਿਕ ਸਟੂਡੈਂਟ, ਬਾਕੀ ਸਾਰੇ ਬੱਚੇ ਜਿਹੜੀ ਫੀਸ ਪੇ ਕਰ ਰਹੇ ਉਹੀ ਫੀਸ ਉਹਨੇ ਪੇ ਕਰਨੀ ਹੈ, ਕੋਈ ਐਕਸਟਰਾ ਫੀਸ ਨਹੀਂ ਹੈਗੀ ਹੈ। ਜਦੋਂ 2 ਸਾਲ ਆਸਟ੍ਰੇਲੀਆ ਜਾਂ ਕਿਸੇ ਕੰਟਰੀ 'ਚ ਜਾਂਦੇ ਅੱਗੇ, ਤਦ ਉਹਨਾਂ ਨੇ ਫੀ ਪੇ ਕਰਨੀ ਹੈ। ਉਹਦੇ ਵਿੱਚ ਵੀ ਮੈਕਸਿਮਮ ਯੂਨੀਵਰਸਿਟੀ ਸਾਨੂੰ ਪਾਰਟਨਰਸ਼ਿਪ ਸਕਾਲਰਸ਼ਿਪਸ ਦਿੰਦੀਆਂ ਹੈਗੀਆਂ ਨਾ, 10%, 15%, ਉਹ ਤੋਂ ਬਾਅਦ ਅਕੈਡਮਿਕ ਸਕਾਲਰਸ਼ਿਪਸ ਹੈਗੀਆਂ 50%, ਉਹ ਤੋਂ ਬਾਅਦ ਇੰਟਰਨੈਸ਼ਨਲ ਅਕੈਡਮਿਕ ਸਕਾਲਰਸ਼ਿਪਸ ਹੈਗੀਆਂ ਜਿਹੜੀਆਂ ਅਪ ਟੂ 100% ਹੈਗੀਆਂ, ਠੀਕ ਹੈ। ਇਹ ਸਾਰੇ ਫਾਈਨੈਂਸ਼ੀਅਲ ਬੈਨੀਫਿਟਸ ਮਿਲਦੇ ਆ। ਫਿਰ US ਵਿੱਚ ਸਾਡੀ ਯੂਨੀਵਰਸਿਟੀ ਹੈ ਜਿਹੜੀ ਬੱਚਿਆਂ ਨੂੰ ਐਕਮੋਡੇਸ਼ਨ ਸਕਾਲਰਸ਼ਿਪ ਪੂਰੀ ਦਿੰਦੀ ਹੈ, ਯਾਨੀ ਕਿ ਜਿੰਨਾ ਟਾਈਮ ਬੱਚੇ ਨੇ US 'ਚ ਰਹਿਣਾ ਹੈਗਾ, ਉਹਨਾਂ ਟਾਈਮ ਬੱਚੇ ਨੇ ਉਹਨਾਂ ਦੀ ਐਕਮੋਡੇਸ਼ਨ ਫ੍ਰੀ ਹੈਗੀ ਹੈ, ਤੇ ਇਹ ਸਪੈਸ਼ਲ ਬੈਨੀਫਿਟ ਹੈਗਾ ਜਿਹੜਾ CU ਦੇ ਸਟੂਡੈਂਟਸ ਵਾਸਤੇ ਹੈਗਾ। ਸਿਮਿਲਰਲੀ ਜਿਹੜੇ ਬੱਚੇ US ਪ੍ਰੈਫਰ ਕਰਦੇ ਆ, ਇੰਜੀਨੀਅਰਿੰਗ ਦੇ ਬੱਚੇ, ਕੰਪਿਊਟਰ ਸਾਇੰਸ ਇੰਜੀਨੀਅਰਿੰਗ ਦੇ ਬੱਚੇ US ਬਹੁਤ ਜ਼ਿਆਦਾ ਪ੍ਰੈਫਰ ਕਰਦੇ ਆ। ਈਵਨ ਜਿਹੜੇ ਮਾਸਟਰਸ ਬਿਜ਼ਨਸ ਐਡਮਿਨਿਸਟ੍ਰੇਸ਼ਨ ਹੈਗਾ, MBA ਪ੍ਰੋਗਰਾਮ ਵਾਸਤੇ, ਉਹ ਸਾਰਿਆਂ ਦਾ ਸੁਪਨਾ ਹੁੰਦਾ ਇੱਕ ਵਾਰੀ US ਜਾਂ ਕੈਨੇਡਾ ਜਾ ਕੇ ਪੜ੍ਹਾਈ ਕਰਨ ਦਾ, ਹੈ ਨਾ। ਤੇ ਇਸ ਵਾਲੇ ਜਿਹੜੇ ਪ੍ਰੋਗਰਾਮ ਹੈਗਾ ਉਹਦੇ ਵਿੱਚ ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਬੱਚਿਆਂ ਨੂੰ ਮੈਕਸਿਮਮ ਬੈਨੀਫਿਟਸ ਮਿਲਣ, ਠੀਕ ਹੈ। ਉਹਦਾ ਸਿਰਫ ਇੱਕੋ ਹੀ ਸਾਡਾ ਕ੍ਰਾਈਟੇਰੀਆ ਹੈਗਾ, ਇੱਕੋ ਹੀ ਬੇਸ ਹੈਗਾ ਕਿ ਜਿੰਨਾ ਅਸੀਂ ਆਪਣੀ ਕੁਆਲਿਟੀ ਉੱਤੇ ਚੱਕਾਂਗੇ ਉਨੀ ਇੰਟਰਨੈਸ਼ਨਲ ਯੂਨੀਵਰਸਿਟੀ ਸਾਨੂੰ ਐਕਸੈਪਟ ਕਰਨਗੀਆਂ, ਠੀਕ ਹੈ। ਤੇ ਤੁਸੀਂ ਹੁਣ ਸੋਚੋ ਜੇ US ਦੀ ਯੂਨੀਵਰਸਿਟੀ ਬੱਚਿਆਂ ਦਾ IELTS ਜਾਂ GRE GMAT ਵੇਵ ਕਰ ਦੇ, ਤੇ ਬੱਚਿਆਂ ਨੂੰ ਕਿੰਨਾ ਸਕੂਨ ਹੈ, ਕਿਉਂਕਿ ਮੈਕਸਿਮਮ ਜਿਹੜੇ ਪੰਜਾਬ ਦੇ ਸਟੂਡੈਂਟਸ ਹੈਗੇ ਆ ਜਾਂ ਅਕ੍ਰੋਸ, ਉਹਨਾਂ ਨੂੰ IELTS ਦਾ ਇੱਕ ਅਜੀਬ ਜਿਹਾ ਫੋਬੀਆ ਹੁੰਦਾ ਕਿ IELTS ਬੱਚਿਆਂ ਦੀ ਇੰਗਲਿਸ਼ ਭਾਵੇਂ ਬਹੁਤ ਵਧੀਆ ਹੁੰਦੀ ਹੈ, ਬਟ ਪਤਾ ਨਹੀਂ ਜਦੋਂ IELTS ਦਾ ਪੇਪਰ ਦਿੰਦੇ ਉਹਨਾਂ ਦਾ ਸਕੋਰ ਨਹੀਂ ਆਉਂਦਾ, ਠੀਕ ਹੈ। ਤੇ ਇਹ ਮੈਕਸਿਮਮ ਜਿਹੜੀ ਯੂਨੀਵਰਸਿਟੀਜ਼ ਹੈ ਬੱਚਿਆਂ ਦੀ, ਅਸੀਂ ਉਹਨਾਂ ਦੀ ਇੰਟਰਵਿਊਜ਼ ਕਰਵਾਉਂਦੇ ਹਾਂ, ਬੱਚਿਆਂ ਦੀ ਸਕਾਈਪ ਇੰਟਰਵਿਊਜ਼ ਹੋ ਜਾਂਦੀਆਂ ਹੈ, ਜਾਂ ਉਹਨਾਂ ਦੀ ਜਦ ਰੈਪਰੈਜ਼ੈਂਟੇਟਿਵਸ ਆਉਂਦੇ ਆ ਤੇ ਬੱਚਿਆਂ ਨੂੰ ਮਿਲ ਕੇ ਜਾਂਦੇ ਆ, ਉਹਨਾਂ ਨਾਲ ਗੱਲਬਾਤ ਕਰਦੇ ਆ, ਤੇ ਬੱਚਿਆਂ ਨੂੰ ਆਫਰ ਲੈਟਰ ਮਿਲ ਜਾਂਦੀ ਹੈ ਵਿਦਆਊਟ IELTS, ਵਿਦਆਊਟ GRE, ਵਿਦਆਊਟ GMAT, ਐਕਮੋਡੇਸ਼ਨ ਸਕਾਲਰਸ਼ਿਪ, ਇਹ ਤੋਂ ਇਲਾਵਾ ਅਕੈਡਮਿਕ ਸਕਾਲਰਸ਼ਿਪ ਅਪ ਟੂ 100%। ਦੱਸੋ ਕਿਹੜਾ ਇਮੀਗ੍ਰੇਸ਼ਨ ਏਜੰਟ ਤੁਹਾਨੂੰ ਦੇਗਾ। ਬਿਲਕੁਲ, ਇਹ ਚੀਜ਼ ਮੈਂ ਤਾਂ ਜ਼ਰੂਰ ਹਾਈਲਾਈਟ ਕਰਨਾ ਚਾਹਾਂਗੀ ਕਿ ਸੋਚਿਆ ਬਹੁਤ ਕੁਝ ਹੁੰਦਾ ਪੇਰੈਂਟਸ ਨੇ, ਬੱਚਿਆਂ ਨੇ, ਤੇ ਬਹੁਤ ਮਤਲਬ ਡਰੀਮਸ ਦੇਖਣ ਲੱਗ ਜਾਂਦੇ ਨੇ ਕਿ ਐਕਚੁਅਲੀ ਆਪਣਾ ਲਾਈਫ ਸਟਾਈਲ ਹੀ ਉੱਦਾਂ ਲੀਡ ਕਰਨ ਲੱਗ ਜਾਂਦੇ ਨੇ ਜਿੱਥੇ ਅਸੀਂ ਆਲਰੇਡੀ ਅਬਰੋਡ ਰਹਿ ਰਹੇ ਹੋਵੇ। ਜਿਹੜੇ ਮਤਲਬ ਸਟੂਡੈਂਟਸ ਬਹੁਤ ਕਰੇਜ਼ੀ ਹੁੰਦੇ ਨੇ ਬਾਹਰ ਲਈ, ਬਟ ਫਸਦੇ ਕਿੱਥੇ ਆ ਜਦ ਵਾਰੀ IELTS ਦੀ ਆਉਂਦੀ ਆ,
ਇੰਟਰਨੈਸ਼ਨਲ ਇੰਗਲਿਸ਼ ਲੈਂਗੁਏਜ ਟੈਸਟਿੰਗ ਸਿਸਟਮ। ਤੇ ਉਸ ਟਾਈਮ ਕੀ ਹੁੰਦਾ ਹੈ ਕਿ ਬੱਚੇ ਜਿਹੜੇ ਫਸ ਜਾਂਦੇ ਆ ਕਿ ਹੁਣ ਭਾਵੇਂ ਤੁਸੀਂ ਸਹੀ ਕਿਹਾ ਕਿ ਇੰਗਲਿਸ਼ ਸਹੀ ਵੀ ਹੋਵੇ ਬਟ ਫਿਰ ਵੀ ਉਹ ਇੱਕ ਕਨਫਿਊਜ਼ਨ ਹੁੰਦਾ ਕਿ ਪੇਪਰ ਕਲੀਅਰ ਨਹੀਂ ਹੋਣਾ ਤੇ ਆਟੋਮੈਟਿਕਲੀ ਉਹ ਸਾਈਕੀ ਬਣ ਜਾਂਦੀ ਹੈ ਤੇ ਪੇਪਰ ਕਲੀਅਰ ਹੁੰਦਾ ਹੀ ਨਹੀਂ। ਸੋ ਇਹ ਚੀਜ਼ ਮੈਨੂੰ ਬਹੁਤ ਬੈਸਟ ਲੱਗੀ ਕਿ ਜਿਹੜੇ ਬੱਚੇ ਦੇਖ ਰਹੇ ਆ ਤੇ ਆਈ ਐਮ ਸ਼ੋਰ ਇਸ ਪੁਆਇੰਟ ਆਫ ਟਾਈਮ ਤੇ ਜਿਹੜੇ ਰਿਜ਼ਲਟ ਆ ਰਹੇ ਆ ਜਾਂ ਕੋਵਿਡ ਤੋਂ ਬਾਅਦ ਬਹੁਤ ਸਾਰੇ ਬੱਚੇ ਪਲਾਨ ਜ਼ਰੂਰ ਕਰ ਰਹੇ ਹੋਣਗੇ ਜਾਣ ਦਾ। ਸੋ ਆਈ ਐਮ ਸ਼ੋਰ ਕਿ ਜੇ ਇਸ ਇੰਟਰਵਿਊ ਦੇ ਰਾਹੀਂ ਕਿਸੇ ਇੱਕ ਦੀ ਵੀ ਕੁਐਰੀ ਕਲੀਅਰ ਹੁੰਦੀ ਆ ਸੋ ਤੁਸੀਂ ਇੱਥੇ ਜ਼ਰੂਰ ਵਿਜ਼ਿਟ ਕਰੋ। ਇੱਕ ਬਹੁਤ ਵੱਡਾ ਆਫਰ ਅਸੀਂ ਕਹਿ ਸਕਦੇ ਹਾਂ ਕਿ ਵਿਦਆਊਟ ਆਇਲਸ ਤੁਸੀਂ ਜਾ ਸਕਦੇ ਹੋ। ਆਈ ਥਿੰਕ ਪੂਰੀ ਪ੍ਰੋਬਲਮਸ ਹੀ ਸੌਰਟ ਹੋ ਚੁੱਕੀ ਆ। ਉਸ ਤੋਂ ਬਾਵਜੂਦ ਇਹ ਵੀ ਪੁੱਛਣਾ ਚਾਹਾਂਗੀ ਕਿ ਬਹੁਤ ਸਾਰੇ ਬੱਚੇ ਨੇ ਜਿਹੜੇ ਬਾਹਰ ਪੜ੍ਹਨਾ ਚਾਹੁੰਦੇ ਆ ਬਟ ਵਾਪਸ ਆਪਣੇ ਦੇਸ਼ ਆਉਣਾ ਚਾਹੁੰਦੇ ਆ ਕਿ ਉਹ ਜਿਹੜੀ ਸਟੱਡੀ ਆ ਉਹਨੂੰ ਇੱਥੇ ਯੂਟਿਲਾਈਜ਼ ਕਰਨਾ ਚਾਹੁੰਦੇ ਆ, ਰਾਈਟ? ਸੋ ਉਹਦੇ ਲਈ ਆਈ ਗੈਸ ਇੰਟਰਨਸ਼ਿਪ ਹੁੰਦੀ ਆ। ਸੋ ਇੰਟਰਨਸ਼ਿਪ ਦਾ ਤੁਹਾਡਾ ਕੋਈ ਕ੍ਰਾਈਟੇਰੀਆ ਹੈ? ਸਾਡੇ ਕੋਲ ਇਹੋ ਜਿਹੇ ਬਹੁਤ ਸਾਰੇ ਪ੍ਰੋਗਰਾਮਸ ਹੈਗੇ ਆ। ਰਾਦਰ ਇਸ ਵਾਰੀ ਅਸੀਂ ਯੂਰੋਪੀਅਨ ਪ੍ਰੋਜੈਕਟ ਸਮੈਸਟਰ ਸਟਾਰਟ ਕਰ ਰਹੇ ਹਾਂ। ਯੂਰੋਪੀਅਨ ਪ੍ਰੋਜੈਕਟ ਸਮੈਸਟਰ ਵਿੱਚ ਬੱਚਿਆਂ ਨੂੰ ਓਪਰਚੁਨਿਟੀ ਹੈਗੀ ਆ ਆਲ ਲਾਈਕ ਸਾਰੀਆਂ ਫੀਲਡ ਦੇ ਬੱਚੇ ਹੈਗੇ ਆ, ਹੈ ਨਾ। ਜਿਵੇਂ ਅਸੀਂ ਹਸਪੀਟੈਲਿਟੀ ਤੋਂ ਸ਼ੁਰੂ ਕਰੀਏ, ਬਲਗੈਰੀ ਹੋ ਗਿਆ ਜਾਂ ਤੁਹਾਡਾ ਸੇਂਟ ਰੇਗਿਸ ਹੋ ਗਿਆ, ਰਿਟਸ ਕਾਰਲਟਨ ਹੋ ਗਿਆ, ਇਹੋ ਜਿਹੀਆਂ ਪ੍ਰੋਪਰਟੀਜ਼ ਹੈਗੀਆਂ ਜਿੱਥੇ ਬੱਚਿਆਂ ਨੂੰ ਇੰਟਰਨਸ਼ਿਪ ਕਰਨ ਦਾ ਓਪਰਚੁਨਿਟੀ ਮਿਲਦਾ ਹੈ। ਰਾਦਰ ਇਹ ਇੰਟਰਨਸ਼ਿਪਸ ਬੱਚਿਆਂ ਨੂੰ ਜਿਹੜੇ ਹੈਗੇ ਆ ਸਟਾਈਪੈਂਡ ਮਿਲਦਾ, ਐਕੋਮੋਡੇਸ਼ਨ ਹੁੰਦੀ ਹੈ ਤੇ ਮੀਲਸ ਪ੍ਰੋਵਾਈਡ ਕਰਦਾ ਹੈ ਜਿੱਥੇ ਵੀ ਬੱਚੇ ਆਪਣੀ ਇੰਟਰਨਸ਼ਿਪ ਕਰਨ ਜਾਂਦੇ ਆ। ਤੇ ਹਸਪੀਟੈਲਿਟੀ ਵਾਲੇ ਬੱਚਿਆਂ ਵਾਸਤੇ ਬਹੁਤ ਜ਼ਿਆਦਾ ਆਪਸ਼ਨਸ ਹੈ। ਰਾਦਰ ਮੈਂ ਹਸਪੀਟੈਲਿਟੀ ਇਸ ਲਈ ਪਿਚ ਕਰ ਰਹੀ ਹਾਂ ਕਿਉਂਕਿ ਬੱਚਾ ਚਾਹੇ US ਜਾਏ, ਕੈਨੇਡਾ ਜਾਏ, ਕੈਨੇਡਾ ਵੀ 2+2 ਕਰ ਸਕਦਾ ਜੇ ਹੁਣ ਬੱਚੇ, ਕਿਉਂਕਿ ਇਸ ਵੇਲੇ ਬੱਚੇ ਮੈਕਸਿਮਮ ਸੋਚ ਰਹੇ ਆ ਕਿ ਹਸਪੀਟੈਲਿਟੀ ਇੰਡਸਟਰੀ ਮੈਕਸਿਮਮ ਹੈਂਪਰਡ ਹੈ ਕੋਵਿਡ ਕਰਕੇ। ਹਸਪੀਟੈਲਿਟੀ, ਟਰੈਵਲ, ਟੂਰਿਜ਼ਮ ਸਾਰਾ ਕੁਝ ਰੁਕਿਆ ਹੋਇਆ ਹੈ ਕੋਵਿਡ ਕਰਕੇ। ਤੇ ਜਿਹੜੇ ਬੱਚਿਆਂ ਦੇ ਡ੍ਰੀਮ ਸੀਗੇ ਕਿ ਅਸੀਂ ਹਸਪੀਟੈਲਿਟੀ ਕਰਨਾ ਹੈ ਜਾਂ ਆਪਾਂ ਵੱਡੀ ਇੰਡਸਟਰੀਜ਼ 'ਚ ਜੌਬ ਕਰਨੀ ਹੈ, ਤੇ ਇਸ ਵੇਲੇ ਉਹਨਾਂ ਲਈ ਸਭ ਤੋਂ ਬੈਸਟ ਹੈ ਕਿ ਜੇ ਉਹ ਇੱਥੇ ਐਡਮਿਸ਼ਨ ਲੈਂਦੇ ਆ। ਜਦ ਵੀ ਹੁਣ 6 ਮਹੀਨੇ 7 ਮਹੀਨੇ ਤੱਕ ਸਿਚੁਏਸ਼ਨ ਠੀਕ ਹੁੰਦੀ ਹੈ, ਬੱਚੇ ਭਾਵੇਂ ਸਮੈਸਟਰ ਇੰਟਰਨਸ਼ਿਪ ਕਰ ਸਕਦੇ ਹੈ। ਦੇ ਕੈਨ ਗੋ ਟੂ US, ਦੇ ਕੈਨ ਗੋ ਟੂ ਯੂਰਪ, ਦੇ ਕੈਨ ਗੋ ਟੂ ਮਲੇਸ਼ੀਆ, ਦੇ ਕੈਨ ਗੋ ਟੂ ਮੌਰੀਸ਼ੀਅਸ। ਇਹ ਤੋਂ ਵਾਧੂ ਹੋਰ ਕੀ ਚਾਹੀਦਾ? ਕੈਨੇਡਾ, ਯੈਸ ਕੈਨੇਡਾ 2+2 ਹੈਗਾ, ਠੀਕ ਹੈ। ਆਸਟ੍ਰੇਲੀਆ, ਆਪਾਂ ਕੁਇਨਜ਼ਲੈਂਡ ਨਾਲ ਗੱਲ ਕਰ ਰਹੇ ਹਾਂ, ਜੇਮਸ ਕੁੱਕ ਯੂਨੀਵਰਸਿਟੀ ਹੈ, ਉਹਨਾਂ ਦੇ ਵੀ ਕਾਫੀ ਵਧੀਆ ਹਸਪੀਟੈਲਿਟੀ ਦੀ ਆਪਸ਼ਨਸ ਹੈਗੀਆਂ ਜਿਹਦੇ ਵਿੱਚ ਬੱਚਾ ਆਪਣੀ ਕ੍ਰੈਡਿਟ ਟ੍ਰਾਂਸਫਰ ਵਾਸਤੇ ਜਾ ਸਕਦਾ ਹੈ। ਆਈ ਡੋਂਟ ਥਿੰਕ ਕਿ ਅਸੀਂ ਹਸਪੀਟੈਲਿਟੀ ਵਾਸਤੇ ਕੋਈ ਵੀ ਕੰਟਰੀ ਛੱਡੀ ਹੈ ਬੱਚਿਆਂ ਲਈ, ਰਾਈਟ? ਤੇ ਜਿਹੜੇ ਯੂਰੋਪੀਅਨ ਪ੍ਰੋਜੈਕਟਸ ਉਹਦੇ ਵਿੱਚ ਜਿਵੇਂ ਹੁਣ ਅੱਗੇ ਸਾਡੇ ਕੋਲ ਆ ਜਾਂਦੀ ਹੈ ਫੋਰਡ ਹੈਗੀ ਹੈ ਕੰਪਨੀ, ਠੀਕ ਹੈ, ਫਰਾਰੀ ਕੰਪਨੀ ਹੈਗੀ ਹੈ। ਜੇ ਐਰੋਸਪੇਸ ਜਾਂ ਮਕੈਨੀਕਲ ਵਾਲੇ ਬੱਚੇ ਆ ਉਹਨਾਂ ਨੂੰ ਉੱਥੇ ਇੰਟਰਨਸ਼ਿਪ ਓਪਰਚੁਨਿਟੀਜ਼ ਮਿਲਦੀਆਂ। ਰਾਦਰ ਬੱਚੇ ਬਹੁਤ ਵਾਰੀ ਕੁਐਸਚਨਸ ਲੈ ਕੇ ਆਉਂਦੇ ਆ ਕਿ ਉਹਨਾਂ ਨੇ ਜਿਵੇਂ ਜਰਮਨੀ ਜਾਣਾ ਹੈ ਜਾਂ ਯੂਰਪ ਜਾਣਾ ਆਪਣੇ ਇੰਟਰਨਸ਼ਿਪ ਪ੍ਰੋਜੈਕਟ ਸਮੈਸਟਰ ਵਾਸਤੇ, ਤਾਂ ਉਹਨਾਂ ਲਈ ਇਹ ਬੈਸਟ ਆਪਸ਼ਨ ਹੈਗੀ ਹੈ ਕਿ ਜਿਵੇਂ ਅਸੀਂ ਬਹੁਤ ਜ਼ਿਆਦਾ ਪੈਸੇ ਨਹੀਂ ਸਪੈਂਡ ਕਰ ਸਕਦੇ, ਆਇਲਸ ਨਹੀਂ ਕਰਨਾ, ਸਾਡੇ ਕੋਲ ਫਾਈਨੈਂਸ਼ੀਅਲਸ ਦਾ ਵੀ ਬਹੁਤ ਜ਼ਿਆਦਾ ਕ੍ਰਾਈਸਿਸ ਹੈਗਾ, ਬਟ ਕੋਈ ਇਹੋ ਜਿਹਾ ਪ੍ਰੋਗਰਾਮ ਮਿਲ ਜੇ ਜਿਹਦੇ ਵਿੱਚ ਮੈਂ ਆਪਣਾ ਇੰਟਰਨੈਸ਼ਨਲ ਐਕਸਪੋਜ਼ਰ ਵੀ ਕਰ ਲਾਂ, ਫੋਰਨ ਦਾ ਮੇਰੇ ਕੋਲ ਐਕਸਪੀਰੀਅੰਸ ਵੀ ਹੋ ਜਾਏ, ਤੇ ਉਹ ਤੋਂ ਬਾਅਦ ਕੱਲ੍ਹ ਨੂੰ ਜਦ ਅਸੀਂ ਪਲੇਸਮੈਂਟਸ ਬੈਠਦੇ ਹਾਂ ਇਹਦਾ ਇੱਕ ਬਹੁਤ ਵੱਡਾ ਇੰਪੈਕਟ ਪੈਂਦਾ ਹੈ ਕਿ ਬੱਚੇ ਨੇ ਕਿਹੜੀ ਕੰਪਨੀ ਤੋਂ ਇੰਟਰਨਸ਼ਿਪ ਕੀਤੀ ਹੈ ਤੇ ਕਿਹੜੀ ਕੰਟਰੀ 'ਚ ਬੱਚਾ ਜਾ ਕੇ ਆਇਆ। ਫਿਰ ਉਵੇਂ ਜਿਵੇਂ ਹੁਣ ਸਾਡੇ ਕੋਲ ਸਮੈਸਟਰ ਐਕਸਚੇਂਜ ਪ੍ਰੋਗਰਾਮ ਹੈਗਾ, ਜਿਵੇਂ ਤੁਹਾਨੂੰ ਦੱਸਿਆ ਕਿ 40 ਕੰਟਰੀ ਵਿੱਚ ਸਾਡਾ ਮਤਲਬ ਬੱਚਾ ਗਿਆ ਹੈਗਾ। ਤੇ ਜਿਹੜੇ ਸਮੈਸਟਰ ਐਕਸਚੇਂਜ ਹੈਗੇ ਆ ਉਹ CU ਦੀ ਪਾਰਟਨਰਸ਼ਿਪ ਹੈਗੀ ਹੈ ਯੂਨੀਵਰਸਿਟੀਜ਼ ਨਾਲ, ਜਿੱਥੇ ਬੱਚਾ ਸਿਰਫ CU ਦੀ ਫੀ ਪੇ ਕਰਦਾ। ਹੁਣ ਸਾਰੇ ਬੱਚਿਆਂ ਨੂੰ ਪਤਾ ਹੈ ਕਿ ਜੇ ਤੁਸੀਂ ਕਿਸੇ ਵੀ ਯੂਨੀਵਰਸਿਟੀ ਜਾਂ ਇੰਸਟੀਚਿਊਟ ਦੀ ਗੱਲ ਕਰਦੇ ਹੋ ਤਾਂ ਘੱਟ ਤੋਂ ਘੱਟ ਵੀ 4 ਜਾਂ 5 ਲੱਖ ਤੁਹਾਡਾ ਇੱਕ ਸਮੈਸਟਰ ਦੀ ਫੀਸ ਪੈਂਦੀ ਹੈ, ਠੀਕ ਹੈ। ਤੇ ਉਹ ਸੋਚੋ ਕਿੰਨਾ ਵੱਡਾ ਫਾਈਨੈਂਸ਼ੀਅਲ ਰਿਲੀਫ ਹੈ ਪੇਰੈਂਟਸ ਵਾਸਤੇ ਕਿ ਅਸੀਂ CU ਤਾਂ ਪੜ੍ਹ ਹੀ ਰਹੇ ਹੈਗੇ ਬਟ ਉਹਦੇ ਵਿੱਚ ਤੁਹਾਨੂੰ ਇੱਕ ਓਪਰਚੁਨਿਟੀ ਕਿ ਤੁਸੀਂ ਇੱਕ ਸਮੈਸਟਰ ਬਾਹਰ ਕਰ ਸਕਦੇ ਹੋ, ਠੀਕ ਹੈ। ਉਹਦੇ ਵਿੱਚ ਸਿਰਫ ਇੱਕ ਬੱਚੇ ਦੀ ਰਿਸਪੌਂਸਿਬਿਲਿਟੀ ਹੁੰਦੀ ਹੈ ਆਪਣੇ ਲਿਵਿੰਗ ਮੀਲਸ ਆਪਣੇ ਆਪ ਟੇਕ ਕੇਅਰ ਕਰਨ ਦੀ। ਉਹਦੇ ਵਿੱਚ ਵੀ ਸਾਨੂੰ ਗਵਰਨਮੈਂਟ ਦੀ ਬਹੁਤ ਵੱਡੀ ਸਪੋਰਟ ਹੈ, ਜਿਵੇਂ ਫ੍ਰੈਂਚ ਗਵਰਨਮੈਂਟ ਹੈਗੀ ਹੈ ਜਾਂ ਸਾਊਥ ਕੋਰੀਅਨ ਗਵਰਨਮੈਂਟ ਹੈਗੀ ਹੈ, ਤਾਇਵਾਨ, ਐਵੇਂ ਸਾਰੀ ਕੰਟਰੀਜ਼ ਦੀ ਗਵਰਨਮੈਂਟ ਹੈਗੀ ਜਿਹੜੀ ਬੱਚਿਆਂ ਨੂੰ ਸਕੋਲਰਸ਼ਿਪਸ ਪ੍ਰੋਵਾਈਡ ਕਰਦੀਆਂ ਤੇ ਬੱਚਿਆਂ ਨੂੰ 100% ਤੱਕ ਸਕੋਲਰਸ਼ਿਪ ਲੱਗਦੀ ਹੈ, ਵੀਜ਼ਾ ਫੀ ਵੇਵਰ ਹੋ ਜਾਂਦਾ ਹੈ, 에ਅਰ ਟਿਕਟਸ ਉਹਨਾਂ ਨੂੰ ਸਾਰੀ ਗਵਰਨਮੈਂਟ ਤੋਂ ਸਪੌਂਸਰਡ ਮਿਲਦੀਆਂ ਹੈਗੀਆਂ, ਠੀਕ ਹੈ। ਤੇ ਯਾਨੀ ਕਿ ਜੇ ਬੱਚਾ ਚਾਹੇ ਤੇ ਉਹਨਾਂ ਕੋਲ 100% ਫਾਈਨੈਂਸ਼ੀਅਲ ਸਕੋਲਰਸ਼ਿਪ ਅਵੇਲ ਕਰਨ ਦੇ ਵੀ ਬਹੁਤ ਜ਼ਿਆਦਾ ਚਾਂਸਿਸ ਹੈਗੇ। ਤੇ ਇਹ ਸਾਰੀ ਪਾਰਟਨਰਸ਼ਿਪ ਸਾਡੀਆਂ ਬਹੁਤ ਜ਼ਿਆਦਾ ਸਟਰੋਂਗ ਹੈ ਕਿਉਂਕਿ ਜਦ ਸਾਡੇ ਕੋਲੋਂ ਨੋਮੀਨੇਸ਼ਨ ਜਾਂਦਾ ਤੇ ਫੋਰਨ ਯੂਨੀਵਰਸਿਟੀ ਵੱਲੋਂ ਵੀ ਨੋਮੀਨੇਸ਼ਨ ਜਾਂਦਾ ਤੇ ਗਵਰਨਮੈਂਟ ਜਾਂ ਐਮਬੈਸੀ ਕੋਲ ਕੋਈ ਰੀਜ਼ਨ ਨਹੀਂ ਹੁੰਦਾ ਕਿ ਅਸੀਂ ਇਹ ਐਪਲੀਕੇਸ਼ਨ ਕਿਉਂ ਰਿਫਿਊਜ਼ ਕਰੀਏ। ਇਹਦਾ ਇੱਕ ਬਹੁਤ ਵੱਡਾ ਇੰਪੈਕਟ ਪੈਂਦਾ ਕਿ ਅਸੀਂ ਨੋਮੀਨੇਸ਼ਨਸ ਜਾਂ ਪਾਰਟਨਰਸ਼ਿਪ ਸਾਡੀਆਂ ਕਿੰਨੀਆਂ ਸਟਰੋਂਗ ਹੈਗੀਆਂ। ਤੇ ਯਾਨੀ ਕਿ ਮਤਲਬ ਤੁਹਾਡਾ ਫਾਈਨੈਂਸ਼ੀਅਲਸ ਵੀ ਸੌਰਟਡ ਹੋ ਗਿਆ, ਤੁਹਾਡਾ ਆਇਲਸ ਵੀ ਸੌਰਟਡ ਹੋ ਗਿਆ। ਹੋਰ ਦੱਸੋ ਤੁਹਾਡੀ ਕਿਹੜੀ ਕੁਐਰੀ ਹੈਗੀ ਹੈ? ਸੋ ਆਈ ਐਮ ਸ਼ੋਰ ਕਿ ਇਸ ਇੰਟਰਵਿਊ ਦੇ ਰਾਹੀਂ ਬਹੁਤ ਸਾਰੇ ਬੱਚਿਆਂ ਦੇ ਜਿਹੜੇ ਆਈ ਕੈਨ ਸੇ ਆਇਲਸ ਹੀ ਸਭ ਤੋਂ ਜ਼ਿਆਦਾ ਇੱਕ ਮੇਜਰ ਪਾਰਟ ਹੁੰਦਾ ਜਿੱਥੇ ਉਹ ਫਸਦੇ ਆ, ਜਿਹਦੇ ਕਰਕੇ ਬਹੁਤ ਸਾਰੇ ਬੱਚੇ ਨਹੀਂ ਕਰਨਾ ਚਾਹੁੰਦੇ ਕਿ ਅਸੀਂ ਪੇਪਰ ਦੇਣਾ ਹੀ ਨਹੀਂ ਹੈਗਾ। ਪਹਿਲਾਂ ਤੁਸੀਂ 13-14 ਹਜ਼ਾਰ ਲਾਓ, ਉਸ ਤੋਂ ਬਾਅਦ ਉਹ ਪੇਪਰ ਕਲੀਅਰ ਨਾ ਹੋਵੇ, ਕਿਸੇ ਇੱਕ ਮੋਡਿਊਲ ਦੇ ਵਿੱਚ ਰਹਿ ਜਾਵੇ, ਤੇ ਕਦੇ ਕਦੇ ਤਾਂ ਸਿਰਫ ਇੰਗਲਿਸ਼ ਹੀ ਨਹੀਂ ਬਲਕਿ ਕਈ ਵਾਰ ਸਾਈਕੀ ਵੀ ਉਹਨਾਂ ਨੂੰ ਆਫਕੋਰਸ ਉਸ ਚੀਜ਼ ਲਈ ਕਰਦਾ ਕਿ ਨਹੀਂ ਅਸੀਂ ਪਾਸ ਨਹੀਂ ਹੋ ਸਕਦੇ ਆ। ਸੋ ਜਿਵੇਂ ਤੁਸੀਂ ਦੱਸਿਆ ਕਿ ਆਫਕੋਰਸ ਰਿਜੈਕਸ਼ਨ ਦਾ ਵੀ ਹੁੰਦਾ ਆ। ਸੋ ਮੈਂ ਇਹ ਪੁੱਛਣਾ ਚਾਹਾਂਗੀ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਹੁਣ ਤੱਕ ਕਿੰਨੇ ਕੀ ਬੱਚੇ ਗਏ ਨੇ ਬਾਹਰ
ਯੂਨੀਵਰਸਿਟੀ ਦੇ ਜਾਂ ਬਾਹਰ ਦੇ ਜਿੰਨੇ ਵੀ ਆ ਤੇ ਕਿੰਨੇ ਕੀ ਰਿਜੈਕਸ਼ਨ ਹੋਏ ਨੇ, ਕੁਝ ਐਸਟੀਮੇਟ? ਠੀਕ ਹੈ। ਇੱਕ ਗੱਲ ਮੈਂ ਹੋਰ ਐਡ ਕਰਾਂਗੀ ਕਿ ਜਿਹੜੇ ਆਪਣੇ ਬੱਚੇ ਸਮੈਸਟਰ ਐਕਸਚੇਂਜ ਵਾਸਤੇ ਜਾਂਦੇ, ਸਭ ਤੋਂ ਪਹਿਲਾਂ ਤੁਹਾਡਾ ਵੀਜ਼ਾਸ ਦਾ ਮੈਂ ਆਨਸਰ ਕਰਦਾ ਕਿ ਜਿਹੜੇ ਬੱਚੇ ਸਮੈਸਟਰ ਐਕਸਚੇਂਜ ਵਾਸਤੇ ਜਾਂਦੇ, ਜਿਵੇਂ ਮੈਂ ਤੁਹਾਨੂੰ ਦੱਸਿਆ, ਉਹ ਨੋਮੀਨੇਟਡ ਸਟੂਡੈਂਟਸ ਹੁੰਦੇ ਆ ਬਹੁਤ ਯੂਨੀਵਰਸਿਟੀਜ਼ 'ਚੋਂ। ਤੇ ਨਾਰਮਲੀ ਸਮੈਸਟਰ ਐਕਸਚੇਂਜ ਵਾਸਤੇ ਬੱਚਿਆਂ ਨੂੰ, ਕਿਸੇ ਵੀ ਸਮੈਸਟਰ ਐਕਸਚੇਂਜ ਵਾਸਤੇ ਬੱਚੇ ਨੂੰ ਆਇਲਸ ਨਹੀਂ ਕਰਨਾ ਹੁੰਦਾ, ਸਮਰ ਪ੍ਰੋਗਰਾਮ ਵਾਸਤੇ ਬੱਚੇ ਨੂੰ ਆਇਲਸ ਨਹੀਂ ਕਰਨਾ ਹੁੰਦਾ। ਤੇ ਸਮੈਸਟਰ ਐਕਸਚੇਂਜ ਵਿੱਚ ਸਾਡੇ ਕੋਈ ਰਿਫਿਊਜ਼ਲਸ ਨਹੀਂ ਹੁੰਦੇ। ਜਿਹੜਾ ਇੱਕ ਰਿਫਿਊਜ਼ਲ ਦਾ ਕ੍ਰਾਈਟੇਰੀਆ ਹੈਗਾ ਉਹ US ਜਾਂ ਕੈਨੇਡਾ ਦਾ ਹੈਗਾ। ਅਸੀਂ ਕਦੀ ਕੋਈ ਆਸਟ੍ਰੇਲੀਆ ਜਾਂ ਐਨੀ ਯੂਰਪੀਅਨ ਕੰਟਰੀਜ਼ ਦੇ ਕੋਈ ਰਿਫਿਊਜ਼ਲਸ ਨਹੀਂ ਦੇਖੇ ਅਸੀਂ, ਠੀਕ ਹੈ। US ਜਾਂ ਕੈਨੇਡਾ ਹੈ ਕਿਉਂਕਿ US ਤੁਹਾਡੀ ਪਰਸਨਲ ਇੰਟਰਵਿਊ ਹੈ, ਜਿੱਥੇ ਕੰਟਰੋਲ ਸਾਡੇ ਹੱਥ 'ਚ ਹੈ ਕਿ ਅਸੀਂ ਬੱਚਿਆਂ ਦੀ ਫਾਈਲਸ ਬਣਾ ਕੇ ਭੇਜਣੀ ਹੈ ਜਾਂ ਬੱਚੇ ਨੂੰ ਜਨਰਲ ਹੈਗਾ, ਉੱਥੇ ਕੋਈ ਵੀਜ਼ਾ ਰਿਫਿਊਜ਼ਲ ਨਹੀਂ ਹੈ। ਬਟ ਜਿੱਥੇ US ਦੀ ਪਰਸਨਲ ਇੰਟਰਵਿਊ ਆ ਜਾਂਦੀ ਹੈ, ਕਈ ਵਾਰੀ ਬੱਚੇ ਉੱਥੇ ਜਾ ਕੇ ਨਰਵਸ ਹੋ ਜਾਂਦੇ। ਉਹ ਇੱਕ ਸਿਚੁਏਸ਼ਨ ਹੈਗੀ ਜਿਹੜੀ ਡਾਈਸੀ ਹੈ, ਜਿੱਥੇ ਅਸੀਂ ਕੋਈ ਗਾਰੰਟੀ ਨਹੀਂ ਦੇ ਸਕਦੇ ਕਿ ਕਿਵੇਂ ਦਾ ਉਹਦਾ ਵੀਜ਼ਾ ਰਿਜ਼ਲਟ ਰਹੇਗਾ। ਬਟ ਐਕਸਚੇਂਜਿਸ ਵਗੈਰਾ ਜਾਂ ਜਿਹੜੇ ਸਾਡੇ ਇੰਟਰਨਸ਼ਿਪ ਸਮੈਸਟਰਸ ਆ, ਉਹਨਾਂ ਵਿੱਚ ਬੱਚਿਆਂ ਦੇ ਰਿਫਿਊਜ਼ਲਸ ਨਹੀਂ ਹੁੰਦੇ ਆ, ਠੀਕ ਹੈ। ਰਾਦਰ ਮੈਂ ਕਹਿੰਦੀ ਉਹਦੇ ਵਿੱਚ ਬੱਚਿਆਂ ਨੂੰ ਓਪਰਚੁਨਿਟੀ ਹੈਗੀ ਹੈ ਕਿ ਆਪਣੇ ਜਿਵੇਂ 280 ਪਾਰਟਨਰਸ ਹੈਗੇ, ਤੋਂ ਇਲਾਵਾ ਇੰਟਰਨਸ਼ਿਪ ਪਾਰਟਨਰਸ ਹੈਗੇ ਆ। ਬੱਚੇ ਵਾਲਟ ਡਿਜ਼ਨੀ ਵੀ ਜਾਂਦੇ ਆ ਸਾਡੇ, ਲਾਈਕ ਫਲੋਰੀਡਾ ਮੇਨ ਜਿਹੜਾ ਵਾਲਟ ਡਿਜ਼ਨੀ ਹੈਗਾ, ਉੱਥੇ ਬੱਚਿਆਂ ਨੂੰ 3 ਮਹੀਨੇ ਸਾਡਾ ਜਿਹੜਾ ਵਾਲਟ ਡਿਜ਼ਨੀ ਪਾਰਟਨਰ ਹੈਗਾ ਫਲੋਰੀਡਾ, 3 ਮੰਥਸ ਦੀ ਬੱਚੇ ਨੂੰ ਪੇਡ ਸਮਰ ਵਰਕ ਟਰੈਵਲ ਮਿਲਦਾ ਹੈ। ਯਾਨੀ ਕਿ 3 ਮਹੀਨੇ ਬੱਚਾ ਵਾਲਟ ਡਿਜ਼ਨੀ ਤੋਂ ਐਕਸਪੀਰੀਅੰਸ ਲੈ ਕੇ ਆਉਂਦਾ ਹੈ ਤੇ ਉਹਨਾਂ ਨੂੰ ਉੱਥੇ ਪੇਡ ਹੁੰਦੇ ਆ ਉਹ। ਇਹ ਤੋਂ ਇਲਾਵਾ ਜਿਹੜੀਆਂ ਹੁਣ ਸਾਡੀ ਆਰਟੀਕੂਲੇਸ਼ਨਸ, ਕ੍ਰੈਡਿਟ ਟ੍ਰਾਂਸਫਰ ਵਿੱਚ ਬੱਚਾ ਕਿਹੜੀ ਵੀ ਯੂਨੀਵਰਸਿਟੀ 'ਚ ਜਾ ਸਕਦਾ, ਲਿਮਿਟਿਡ ਨਹੀਂ ਹੈਗੇ। ਜਿਵੇਂ ਅਸੀਂ ਐਰੋਸਪੇਸ ਵਾਲਿਆਂ ਨੂੰ RMIT ਵਿੱਚ ਵੀ ਭੇਜਿਆ ਸੀਗਾ ਪਿਛਲੀ ਵਾਰ, ਆਸਟ੍ਰੇਲੀਆ ਦੀ ਬੜੀ ਰਿਨਾਊਂਡ ਯੂਨੀਵਰਸਿਟੀ ਹੈਗੀ ਹੈ। ਤੇ ਕ੍ਰੈਡਿਟ ਟ੍ਰਾਂਸਫਰ ਵਿੱਚ ਬੱਚਾ ਕਾਫੀ ਅਵੇਲ ਕਰਦਾ, ਜਿੰਨੀ ਸਾਡੀ ਪਾਰਟਨਰਸ਼ਿਪਸ ਹੈਗੀਆਂ, ਚਾਹੇ ਆਸਟ੍ਰੇਲੀਆ, US, ਕੈਨੇਡਾ, ਕਿਤੇ ਵੀ ਜਾ ਸਕਦਾ ਹੈ। ਇਹ ਤੋਂ ਇਲਾਵਾ ਜਿਹੜੀ ਸਾਡੀ ਆਰਟੀਕੂਲੇਸ਼ਨ, ਹੁਣ ਜਿਵੇਂ ਸਪੈਸੀਫਿਕ ਆਰਟੀਕੂਲੇਸ਼ਨਸ ਅਸੀਂ ਕੀਤੀਆਂ BBA, BCom, BCA, ਹਸਪੀਟੈਲਿਟੀ ਵਾਸਤੇ ਕੈਨੇਡਾ, ਜਾਂ ਇੰਜੀਨੀਅਰਿੰਗ ਅਨਦਰ ਮੈਨੇਜਮੈਂਟ ਪ੍ਰੋਗਰਾਮਸ, ਬਾਇਓਕੈਮਿਸਟਰੀ ਐਂਡ ਬਾਇਓਟੈਕਨੋਲੋਜੀ ਆਸਟ੍ਰੇਲੀਆ, ਐਵੇਂ US ਵਿੱਚ ਵੀ ਕਾਫੀ ਸਾਡੀ ਪਾਰਟਨਰਸ਼ਿਪਸ ਪ੍ਰੋਗਰਾਮ ਹੈਗੇ। ਤੇ ਪਿਛਲੇ ਸਾਲ ਵੀ ਸਾਡੇ ਬੱਚੇ ਕੈਨੇਡਾ ਗਏ ਸੀਗੇ, ਸਾਡਾ ਕੋਈ ਵੀਜ਼ਾ ਰਿਫਿਊਜ਼ਲ ਨਹੀਂ ਸੀਗਾ। ਮਤਲਬ ਤੁਸੀਂ ਕਿਤੋਂ ਵੀ ਡਾਕੂਮੈਂਟ ਚੈੱਕ ਕਰਾ ਸਕਦੇ ਹੋ, ਸਾਰੇ ਬੱਚਿਆਂ ਨੂੰ ਕੈਨੇਡਾ ਦਾ ਵੀਜ਼ਾ ਲੱਗਿਆ। ਰਾਦਰ ਜਿਹੜੇ ਬੱਚੇ ਉੱਥੇ ਗਏ ਹੈਗੇ, ਉਹ ਬਾਕੀ ਬੱਚਿਆਂ ਨੂੰ ਹੁਣ ਮੈਸੇਜ ਕਨਵੇ ਕਰਦੇ ਕਿ ਲਾਈਕ ਇਟਸ ਰੀਅਲੀ ਬੈਨੀਫੀਸ਼ੀਅਲ, ਕਿ ਉਹਨਾਂ ਨੇ 2 ਸਾਲ ਦੇ ਪੈਸੇ ਲਾਏ ਹੈ, ਠੀਕ ਹੈ, ਪਰ ਉਹਨਾਂ ਨੂੰ ਕੈਨੇਡੀਅਨ ਡਿਗਰੀ ਮਿਲਣੀ ਹੈ। ਹੁਣ ਇੱਥੇ ਮੈਂ ਇੱਕ ਹੋਰ ਪੁਆਇੰਟ ਐਡ ਕਰਾਂਗੀ, ਜਿਹੜੇ ਬੱਚੇ +2 ਤੋਂ ਬਾਅਦ ਏਜੰਟਸ ਦੇ ਥਰੂ ਜਾਂਦੇ ਹੈ, ਉਹ ਨੋਰਮਲੀ ਐਡਵਾਂਸ ਡਿਪਲੋਮਾ ਵਾਸਤੇ ਜਾਂਦੇ ਆ। ਮੈਕਸਿਮਮ ਐਡਵਾਂਸ ਡਿਪਲੋਮਾ ਕਿ 2 ਸਾਲ ਦਾ ਡਿਪਲੋਮਾ ਕਰਨਾ ਹੈ ਤੇ 3 ਸਾਲ ਦਾ ਵਰਕ ਪਰਮਿਟ ਮਿਲੇਗਾ, ਠੀਕ ਹੈ। ਸਾਡੇ ਬੱਚੇ ਵੀ 2 ਸਾਲ ਵਾਸਤੇ ਪੜ੍ਹਨ ਜਾਂਦੇ ਆ, ਉਹਨਾਂ ਨੂੰ ਵੀ 3 ਸਾਲ ਦਾ ਹੀ ਵਰਕ ਪਰਮਿਟ ਮਿਲਣਾ ਹੈ। ਜਿਹੜੇ ਕਿਸੇ ਵੀ ਇੰਟਰਨੈਸ਼ਨਲ ਸਟੂਡੈਂਟ ਦੇ ਵਰਕ ਰਾਈਟਸ ਜਾਂ ਪੋਸਟ ਸਟੱਡੀ ਵਰਕ ਰਾਈਟਸ ਜਾਂ ਪਰਮਾਨੈਂਟ ਰੈਜ਼ੀਡੈਂਸੀ ਰਾਈਟਸ ਹੈ, ਉਹ ਸਾਰੇ CU ਦੇ ਬੱਚਿਆਂ ਨੂੰ ਵੀ ਮਿਲਦੇ ਆ। ਇੱਕ ਫ਼ਰਕ ਹੈ, ਜਿਹੜਾ ਬੱਚਾ ਏਜੰਟ ਦੇ ਥਰੂ ਜਾਂਦਾ +2 ਤੋਂ ਬਾਅਦ ਐਡਵਾਂਸ ਡਿਪਲੋਮਾ ਵਾਸਤੇ ਜਾਏਗਾ, ਸੇਮ ਫੀ ਪੇ ਕਰੇਗਾ। ਸਾਡਾ ਬੱਚਾ ਬੈਚਲਰਸ ਵਾਸਤੇ ਜਾਏਗਾ ਤੇ ਉਹਨੂੰ ਬੈਚਲਰਸ ਡਿਗਰੀ ਮਿਲਦੀ ਹੈ ਕੰਪਲੀਟ, ਕੈਨੇਡੀਅਨ ਬੈਚਲਰਸ ਡਿਗਰੀ, ਆਸਟ੍ਰੇਲੀਅਨ ਬੈਚਲਰਸ ਡਿਗਰੀ ਹੈ, US ਬੈਚਲਰਸ ਡਿਗਰੀ ਔਰ ਮਾਸਟਰਸ ਡਿਗਰੀ। ਜਦ ਡਿਗਰੀ ਖਤਮ ਹੋਣ ਤੋਂ ਬਾਅਦ ਵਰਸਸ ਜਿਨ੍ਹਾਂ ਨੇ ਡਿਪਲੋਮਾ ਫਿਨਿਸ਼ ਕੀਤਾ, ਜਦ PR ਵਾਸਤੇ ਅਪਲਾਈ ਕਰਦੇ ਆ, ਐਡਵਾਂਸ ਡਿਪਲੋਮਾ ਦੇ ਪੁਆਇੰਟਸ ਘੱਟ ਮਿਲਦੇ ਆ, ਬੈਚਲਰਸ ਦੇ ਪੁਆਇੰਟਸ ਜ਼ਿਆਦਾ ਮਿਲਦੇ ਆ। ਇਹ ਵੀ ਸਾਰਿਆਂ ਨੂੰ ਪਤਾ, ਪਰਮਾਨੈਂਟ ਰੈਜ਼ੀਡੈਂਸੀ ਦਾ ਜਿਵੇਂ ਵੈਸ ਸਿਸਟਮ ਬਣਿਆ, ਜਾਂ ਪਰਮਾਨੈਂਟ ਰੈਜ਼ੀਡੈਂਸੀ ਦੇ ਜਿਹੜੇ ਤੁਹਾਡੇ ਪੁਆਇੰਟ ਸਿਸਟਮ ਬਣਿਆ, ਤੁਹਾਨੂੰ ਐਡਵਾਂਸ ਡਿਪਲੋਮਾ ਤੋਂ ਵਾਧੂ ਪੁਆਇੰਟਸ ਮਿਲਦੇ ਆ ਬੈਚਲਰਸ ਵਾਸਤੇ, ਬੈਚਲਰਸ ਤੋਂ ਜ਼ਿਆਦਾ ਪੁਆਇੰਟਸ ਮਿਲਦੇ ਆ ਮਾਸਟਰਸ ਵਾਸਤੇ। ਤੇ ਯਾਨੀ ਕਿ ਤੁਸੀਂ ਉੱਥੇ ਆਪਣੇ ਹੀ ਫਰੈਂਡਸ ਨੂੰ ਬੀਟ ਕਰਤਾ ਕਿ ਠੀਕ ਹੈ, ਮੈਂ 2 ਸਾਲ CU ਲਾਇਆ, ਬਟ ਮੈਨੂੰ ਉਹੀ ਪੈਸੇ ਲਾਣੇ ਆ, ਬਟ ਮੈਨੂੰ ਬੈਚਲਰਸ ਡਿਗਰੀ ਮਿਲੇਗੀ। ਯਾਨੀ ਕਿ PR ਵਾਸਤੇ ਜ਼ਿਆਦਾ ਪੁਆਇੰਟਸ ਮਿਲਣਗੇ। ਸੈਕੰਡਲੀ, ਜਦ ਬੱਚਾ ਜੌਬ ਅਪਲਾਈ ਕਰਨ ਜਾਂਦਾ ਹੈ, ਠੀਕ ਹੈ, ਕਿਉਂਕਿ ਮੈਕਸਿਮਮ ਜਿਹੜੇ ਸਾਡੇ ਇੰਡੀਅਨਸ ਹੈ ਉਹ ਐਡਵਾਂਸ ਡਿਪਲੋਮਾ ਜਾਂ ਪੋਸਟ ਗ੍ਰੈਜੂਏਟ ਡਿਪਲੋਮਾ ਵਾਸਤੇ ਅਪਲਾਈ ਕਰਦੇ ਹੈ, ਵਰਸਸ ਜਿਹੜਾ ਬੱਚਾ ਹੁਣ ਬੈਚਲਰਸ ਵਾਸਤੇ ਅਪਲਾਈ ਕੀਤਾ ਹੈ। ਜਿਹੜੇ ਇਹਨਾਂ ਕੰਟਰੀਜ਼ ਹੈਗੇ ਉਹਨਾਂ ਦੇ ਵਿੱਚ ਕੋਪ ਪ੍ਰੋਗਰਾਮਸ ਹੈਗੇ ਹੈ, ਸ਼ਾਇਦ ਸਾਰਿਆਂ ਨੇ ਸੁਣਿਆ ਹੋਣਾ ਹੈ ਨਾ, ਕਿ ਕੋਪ ਕਾਫੀ ਫੇਮਸ ਹੈ ਆਪਣੇ। ਇਹ ਪੇਡ ਇੰਟਰਨਸ਼ਿਪਸ ਹੁੰਦੀਆਂ ਤੇ ਇਹ ਸਾਰੀ ਪੇਡ ਇੰਟਰਨਸ਼ਿਪ ਸਾਡੇ ਬੱਚਿਆਂ ਨੂੰ ਵੀ ਮਿਲਦੀਆਂ, ਯਾਨੀ ਕਿ 2 ਸਾਲਾਂ 'ਚੋਂ ਵੀ ਉਹਨਾਂ ਨੇ 3 ਸਮੈਸਟਰ ਪੜ੍ਹਨਾ ਹੈ ਤੇ ਜਿਹੜਾ ਫਾਈਨਲ ਸਮੈਸਟਰ ਉਹਨਾਂ ਦਾ ਪੇਡ ਇੰਟਰਨਸ਼ਿਪ ਹੁੰਦਾ ਤੇ ਮੈਕਸਿਮਮ ਬੱਚੇ ਉੱਥੇ ਐਬਜ਼ੌਰਬ ਹੋ ਜਾਂਦੇ ਆ, ਠੀਕ ਹੈ। ਤੇ ਇਹ ਇੱਕ ਹੋਰ ਬੱਚਿਆਂ ਨੂੰ ਮਤਲਬ ਇਟਸ ਕਾਈਂਡ ਆਫ ਵਿਨ-ਵਿਨ ਸਿਚੁਏਸ਼ਨ। ਕਿਸੇ ਵੀ ਪਾਸੇ ਇੱਦਾਂ ਨਹੀਂ ਹੈਗਾ ਕਿ ਜਿੱਥੇ ਬੱਚੇ ਨੂੰ ਲੱਗੇ ਕਿ ਮੇਰਾ ਪੈਸਾ, ਮੇਰੇ 'ਤੇ ਫਾਈਨੈਂਸ਼ੀਅਲ ਬਰਡਨ ਪੈ ਗਿਆ ਜਾਂ ਮੇਰਾ ਪੈਸਾ ਜ਼ਿਆਦਾ ਲੱਗ ਗਿਆ। ਹਰ ਪਾਸੇ ਬੱਚੇ ਨੂੰ ਲੱਗੇਗਾ ਕਿ ਹਾਂ ਬਈ ਇਹ ਮੇਰਾ ਪ੍ਰੋਗਰਾਮ ਬਿਲਕੁਲ ਠੀਕ ਸੀਗਾ। ਸੋ ਓਕੇ, ਜਾਂਦੇ ਜਾਂਦੇ ਇਹ ਮੈਂ ਜ਼ਰੂਰ ਪੁੱਛਣਾ ਚਾਹਾਂਗੀ ਕਿ ਬਹੁਤ ਸਾਰੀਆਂ ਕੁਐਰੀਜ਼ ਤਾਂ ਜ਼ਰੂਰ ਸੌਰਟ ਹੋਈਆਂ ਨੇ, ਬਟ ਜੇ ਇੱਥੋਂ ਜਾ ਕੇ ਬੱਚਾ ਉੱਥੇ ਕੋਈ ਦਿੱਕਤ ਆ ਰਹੀ ਆ ਕਾਲਜ ਦੇ ਵਿੱਚ ਜਾਂ ਫਿਰ ਰਹਿਣ ਦੇ ਵਿੱਚ, ਸੋ ਉਹ ਕੀ ਤੁਸੀਂ ਇੱਥੋਂ ਸੌਰਟ ਕਰ ਸਕਦੇ ਹੋ ਪ੍ਰੋਬਲਮ?
ਨਾਰਮਲੀ ਜਦ ਬੱਚੇ ਸਾਡੇ ਥਰੂ ਅਪਲਾਈ ਕਰਦੇ ਹੈ ਪੇਰੈਂਟਸ ਦੇ ਕੰਸਰਨਸ ਹੁੰਦਾ, ਤੁਹਾਡਾ ਕੁਐਸਚਨ ਬਹੁਤ ਐਪਟ ਹੈਗਾ ਕਿ ਪੇਰੈਂਟਸ ਦੇ ਆਪਦੇ ਕੰਸਰਨ ਹੁੰਦੇ ਕਿ ਬੱਚਾ ਬਾਹਰ ਜਾ ਕੇ ਕਿਵੇਂ ਰਹੇਗਾ, ਉਹਨੂੰ 에ਅਰਪੋਰਟ ਤੋਂ ਕਿਵੇਂ ਪਿਕਅਪ ਹੋਏਗਾ, ਤੇ ਉਹ ਸਾਰੀ ਕੁਐਰੀਜ਼ ਇੱਥੋਂ ਪ੍ਰੀ ਹੈਂਡ ਸਾਡੀ ਹੁੰਦੀ ਹੈ, ਪ੍ਰੀ ਡਿਪਾਰਚਰ ਬੱਚਿਆਂ ਦੀ ਪ੍ਰੈਜੈਂਟੇਸ਼ਨ ਕਾਉਂਸਲਿੰਗ ਹੁੰਦੀ ਹੈ, ਪੇਰੈਂਟਸ ਆਉਂਦੇ ਹੈ, ਰਾਦਰ ਉਹਨਾਂ ਨੂੰ ਰੈਪਰੈਜ਼ੈਂਟੇਟਿਵਸ ਨਾਲ ਵੀ ਅਸੀਂ ਮਿਲਵਾਉਂਦੇ ਹਾਂ ਜਿਹੜੇ ਉਹਨਾਂ ਦੇ 에ਅਰਪੋਰਟ ਸ਼ਟਲ ਅਰੇਂਜ ਕਰਦੇ, ਉਹਨਾਂ ਦੀ ਅਕਾਮੋਡੇਸ਼ਨਸ ਅਰੇਂਜ ਕਰਦੇ, ਬੱਚਿਆਂ ਦਾ ਪਿਕਅਪ ਹੁੰਦਾ ਹੈ, ਸਿਟੀ ਟੂਰ, ਓਰੀਐਂਟੇਸ਼ਨ, ਬੈਂਕ, ਸਿਮ ਕਾਰਡਸ, ਇਨੀਸ਼ੀਅਲ ਜਿੰਨੀਆਂ ਵੀ ਸਰਵਿਸਿਜ਼ ਆ ਉਹ ਸਾਰੇ ਬੱਚਿਆਂ ਨੂੰ ਪ੍ਰੋਵਾਈਡ ਕੀਤੀ ਜਾਂਦੀਆਂ। ਜੇ ਇਨ ਕੇਸ ਬੱਚਿਆਂ ਨੂੰ ਉੱਥੇ ਜਾ ਕੇ ਵੀ ਕੋਈ ਦਿੱਕਤ ਆਉਂਦੀ ਹੈ ਤੇ ਉਹ ਰੈਪਰੈਜ਼ੈਂਟੇਟਿਵਸ ਨੂੰ ਪਹਿਲਾਂ ਤੋਂ ਜਾਣਦੇ ਹੈ ਕਿ ਜਿਨ੍ਹਾਂ ਨਾਲ ਸਾਡੀ ਪਾਰਟਨਰਸ਼ਿਪ ਹੈਗੀ, ਜਿਹੜੇ ਸੀਯੂ ਲਈ ਰਿਸਪੌਂਸਿਬਲ ਹੈ, ਯਾਨੀ ਕਿ ਜਿੰਨੇ ਬੱਚੇ ਸੀਯੂ ਦੇ ਬਾਹਰਲੀ ਕੰਟਰੀਜ਼ ਜਾਂਦੇ ਆ ਉਹਨਾਂ ਵਾਸਤੇ ਸਪੈਸ਼ਲ ਰੈਪਰੈਜ਼ੈਂਟੇਟਿਵ ਉੱਥੇ ਅਪਾਇੰਟਡ ਹੁੰਦੇ ਆ ਕਿ ਸੀਯੂ ਵਾਸਤੇ ਸੀਯੂ ਦੇ ਬੱਚਿਆਂ ਨੂੰ ਉਹਨਾਂ ਨੇ ਸਾਰੀ ਉਹਨਾਂ ਨੂੰ ਫੈਸਿਲਿਟੇਸ਼ਨ ਤੇ ਉਹਨਾਂ ਨੂੰ ਅਸਿਸਟੈਂਸ ਪ੍ਰੋਵਾਈਡ ਕਰਨੀ ਹੈ। ਇਨ ਕੇਸ ਬੱਚਿਆਂ ਨੂੰ ਫਿਰ ਵੀ ਕੋਈ ਦਿੱਕਤ ਆਉਂਦੀ ਹੈ, ਹੁਣ ਜਿਵੇਂ ਕੋਵਿਡ ਹੋ ਗਿਆ ਤੇ ਸਾਡੇ ਬੱਚੇ ਬਾਹਰਲੀ ਕੰਟਰੀਜ਼ 'ਚ ਫਸ ਗਏ, ਰਾਈਟ, ਤੇ ਉਸ ਵੇਲੇ ਸਾਡੇ ਪਾਰਟਨਰਸ ਤੇ ਅਸੀਂ ਸਾਰਿਆਂ ਨੇ ਮਿਲ ਕੇ ਬੱਚਿਆਂ ਨੂੰ ਜਿਵੇਂ 1 ਮਹੀਨਾ ਉਹਨਾਂ ਨੂੰ ਫ੍ਰੀ ਅਕੋਮੋਡੇਸ਼ਨ ਪ੍ਰੋਵਾਈਡ ਕੀਤੀ। ਇਟ ਵਾਜ਼ ਨਾਟ ਕਿ 1 ਮਹੀਨਾ ਪ੍ਰੋਵਾਈਡ ਕੀਤੀ ਕਿ ਜਦ ਤੱਕ ਉਹਨਾਂ ਨੂੰ ਆਪਣੀ ਫਲਾਈਟਸ ਰਿਟਰਨ ਫਲਾਈਟਸ ਨਹੀਂ ਮਿਲ ਗਈਆਂ, ਕਿਉਂਕਿ ਐਮਬੈਸੀ ਦੇ ਥਰੂ ਸਾਰੀਆਂ ਫਲਾਈਟਸ ਸੀਗੀਆਂ, ਰਾਈਟ, ਤੇ ਜਦ ਤੱਕ ਉਹਨਾਂ ਨੂੰ ਫਲਾਈਟਸ ਨਹੀਂ ਮਿਲੀਆਂ ਤੇ ਉਹਨਾਂ ਨੇ ਮੇਕ ਸ਼ੋਰ ਕੀਤਾ ਕਿ ਬੱਚਿਆਂ ਕੋਲ ਅਕੋਮੋਡੇਸ਼ਨ ਆਪਣੀ ਪੂਰੀ ਹੋਵੇ। ਤੇ ਇਹ ਰੈਪਰੈਜ਼ੈਂਟੇਸ਼ਨ ਜਾਂ ਜਿਹੜੀ ਪਾਰਟਨਰਸ਼ਿਪਸ ਦੇ ਬੈਨੀਫਿਟਸ ਹੈਗੇ ਆ, ਇਹ ਸਾਰੇ ਪਾਰਟਨਰਸ਼ਿਪ ਦੇ ਬੈਨੀਫਿਟਸ ਹੈਗੇ ਆ। ਆਈ ਐਮ ਵੈਰੀ ਸ਼ੋਰ ਕਿ ਇਸ ਇੰਟਰਵਿਊ ਤੋਂ ਬਾਅਦ ਸੀਰੀਅਸਲੀ ਬਹੁਤ ਸਾਰੇ ਜਿਹੜੇ ਸਪੈਸ਼ਲੀ ਪੰਜਾਬੀ ਦੇਖ ਰਹੇ ਨਾ, ਜਿਨ੍ਹਾਂ ਦੇ ਪਲਾਨਸ ਹੈਗੇ ਜਾਣ ਦੇ, ਉਹਨਾਂ ਦੀ ਬਹੁਤ ਸਾਰੀ ਕੁਐਰੀਜ਼ ਸੋਲਵ ਹੋਣ ਦੇ ਨਾਲ ਨਾਲ ਉਹਨਾਂ ਨੂੰ ਸਾਰੇ ਆਨਸਰ ਮਿਲ ਚੁੱਕੇ ਨੇ ਤੇ ਬਹੁਤ ਛੇਤੀ ਉਹ ਤੁਹਾਡੇ ਕੋਲ ਵਿਜ਼ਿਟ ਕਰ ਰਹੇ ਨੇ। ਆਈ ਰੀਅਲੀ ਵਾਂਟ ਕਿ ਤੁਸੀਂ ਚੰਡੀਗੜ੍ਹ ਯੂਨੀਵਰਸਿਟੀ ਆਓ, ਮੀਨੂ ਜੀ ਨੂੰ ਪਲੀਜ਼ ਮਿਲੋ ਤੇ ਬਹੁਤ ਅਫਕੋਰਸ ਬਹੁਤ ਸਹੀ ਤਰੀਕੇ ਨਾਲ ਤੁਹਾਡੀਆਂ ਸਾਰੀਆਂ ਜਿਹੜੀਆਂ ਟੈਨਸ਼ਨ ਆਏ ਉਹ ਜ਼ਰੂਰ ਦੂਰ ਕਰਨਗੇ। ਸੋ ਐਨੀ ਮੈਸੇਜ ਟੂ ਦ ਸਟੂਡੈਂਟਸ ਜਿਹੜੇ ਹੁਣ ਅਪਲਾਈ ਕਰਨ ਵਾਲੇ? ਆਈਲ ਜਸਟ ਲੀਵ ਅ ਮੈਸੇਜ ਕਿ ਪਲੀਜ਼ ਤੁਸੀਂ ਡਿਸਅਪੋਇੰਟ ਨਹੀਂ ਹੋਣਾ, ਠੀਕ ਹੈ। ਲਾਈਫ, ਕਰੀਅਰ, ਇਹ ਜਿਹੜੀਆਂ ਅਪਸ ਐਂਡ ਡਾਊਨਸ ਹੈਗੇ, ਭਾਵੇਂ ਕੋਵਿਡ ਹੈ, ਭਾਵੇਂ ਪੈਂਡੈਮਿਕ, ਲਾਈਕ ਜੋ ਵੀ ਹੈਗਾ ਇਹ ਚੱਲਦਾ ਰਹਿੰਦਾ ਹੈ। ਸਾਡੇ ਆਪਣੇ ਵੀ ਬ੍ਰਦਰ ਸਿਸਟਰਸ ਹੈਗੇ ਆ, ਬੱਚੇ ਹੈਗੇ, ਬਟ ਅਸੀਂ ਕਹਿੰਦੇ ਕਿ ਸਟੱਡੀਜ਼ ਨਹੀਂ ਰੁਕਣੀਆਂ ਚਾਹੀਦੀਆਂ, ਕਿਉਂਕਿ ਉਹ ਇੱਕ ਜਿਹੜਾ ਗੈਪ ਪੈ ਜਾਂਦਾ ਹੈ ਉਹ ਤੁਹਾਨੂੰ ਆਪਣੇ ਆਪ ਹੀ ਪੂਰੀ ਲਾਈਫ ਜਸਟੀਫਾਈ ਕਰਨਾ ਜਾਂ ਕੱਲ੍ਹ ਨੂੰ ਤੁਸੀਂ ਜਾਣਦੇ ਹੋ it's like really difficult. So all the best for your studies. I hope you make a wise decision for your career and for your life. ਥੈਂਕ ਯੂ ਸੋ ਮਚ ਸਾਡੇ ਨਾਲ ਗੱਲਬਾਤ ਕਰਨ ਲਈ। ਥੈਂਕ ਯੂ ਸੋ ਮਚ ਫॉर ਟਾਕਿੰਗ ਟੂ ਅਸ। ਆਈ ਐਮ ਸ਼ੋਰ, ਜਿਵੇਂ ਮੈਂ ਬਾਰ-ਬਾਰ ਕਹਿ ਰਹੀ ਹਾਂ ਕਿ ਬਹੁਤ ਸਾਰੀ ਕੁਐਰੀਜ਼ ਤੁਹਾਡੀਆਂ ਸੌਟ ਹੋਈਆਂ ਹੋਣੀਆਂ। ਜਿਹੜੇ ਪੇਰੈਂਟਸ ਦੇਖ ਰਹੇ ਨੇ ਉਹਨਾਂ ਦੇ ਦਿਮਾਗ ਵਿੱਚ ਬਹੁਤ ਟੈਨਸ਼ਨ ਹੋਏਗੀ ਕਿ ਇਸ ਤੋਂ ਬਾਅਦ ਬੱਚੇ ਕੀ ਕਰਨਗੇ, ਕੋਵਿਡ ਤੋਂ ਬਾਅਦ ਉਹਨਾਂ ਦੇ ਬਾਹਰ ਜਾਣਾ ਆ, ਅਕੋਮੋਡੇਸ਼ਨ ਕੀ ਹੋਵੇਗੀ, ਬੱਚੇ ਜਾਣਗੇ ਕਿਵੇਂ। ਤੇ ਸਭ ਤੋਂ ਵੱਡਾ ਜਿਹੜਾ ਪਹਿਲਾ ਸਟੈਪ ਤੇ ਸਭ ਤੋਂ ਮੇਜਰ ਜਿਹੜਾ ਸਟੈਪ ਹੈਗਾ ਆਇਲਸ ਦਾ ਹੈਗਾ। ਸੋ ਆਇਲਸ ਦਾ ਵੀ ਇਹਨਾਂ ਨੇ ਬਹੁਤ ਸੋਹਣਾ ਸੋਲਿਊਸ਼ਨ ਇਸ ਦੇ ਦਿੱਤਾ ਹੈ। ਸੋ ਸਾਰੀ ਜਿਹੜੀਆਂ ਕੁਐਰੀਜ਼ ਆ ਉਹਦਾ ਇੱਕੋ ਹੀ ਆਨਸਰ ਆ, ਚੰਡੀਗੜ੍ਹ ਯੂਨੀਵਰਸਿਟੀ। ਆਈ ਰੀਅਲੀ ਵਾਂਟ ਯੂ ਪੀਪਲ ਟੂ ਵਿਜ਼ਿਟ ਹੈਰ, ਇਹਨਾਂ ਨੂੰ ਮਿਲੋ, ਇਹਨਾਂ ਨਾਲ ਤੁਹਾਡੀ ਜਿੰਨੇ ਵੀ ਤੁਹਾਡੇ ਕੁਐਸਚਨ ਨੇ ਤੁਸੀਂ ਮਿਲ ਕੇ ਸੌਟ ਕਰ ਸਕਦੇ ਹੋ। ਤੇ ਨਾਲ ਹੀ ਅਸੀਂ ਬਾਰ-ਬਾਰ ਕਹਿ ਰਹੇ ਹਾਂ ਕਿ ਹੈਲਥ ਇਜ਼ ਵੈਲਥ। ਹੁਣ ਇਸ ਪੁਆਇੰਟ ਆਫ ਟਾਈਮ ਤੇ ਤੁਹਾਨੂੰ ਸਾਰਿਆਂ ਨੂੰ ਆਪਣਾ ਖਿਆਲ ਰੱਖਣਾ ਹੈ। ਹਰ ਇੰਟਰਵਿਊ ਦੇ ਵਿੱਚ, ਹਰ ਕਵਰੇਜ ਦੇ ਵਿੱਚ ਅਸੀਂ ਸਿਰਫ ਆਹੀ ਕਹਿ ਰਹੇ ਹਾਂ ਕਿ ਜਿੱਥੇ ਵੀ ਜਾਂਦੇ ਹੋ ਆਪਣੇ ਮਾਸਕ ਪਾਓ, ਹਮੇਸ਼ਾ ਆਪਣੇ ਨਾਲ ਸੈਨੀਟਾਈਜ਼ਰ ਰੱਖੋ ਤੇ ਇੱਕ ਸੋਸ਼ਲ ਡਿਸਟੈਂਸ ਸਾਰਿਆਂ ਦੇ ਨਾਲ ਬਣਾ ਕੇ ਰੱਖੋ। ਕੈਮਰਾ ਪਰਸਨ ਗੌਰਵ ਦੇ ਨਾਲ ਸੋਨਾਲੀ ਨੇ ਸਾਈਨਿੰਗ ਆਫ।